ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੰਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ
ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ, ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਜੀ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਸ਼ਰਵਣ ਕਰਦੇ ਹਾਂ। ਅੱਜ ਦਾ ਜੋ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਗੁਰਬਾਣੀ ਜੀ ਦੇ ਸ਼ਬਦ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦੇ ਮਹਾਨ ਪਾਵਨ ਪਵਿੱਤਰ ਦਿਹਾੜੇ ਦੀ ਵਿਚਾਰ ਵੀ ਆਪ ਸੰਗਤਾਂ ਦੇ ਨਾਲ ਕਰਨੀ ਅਤੀ ਜ਼ਰੂਰੀ ਹੈ। ਅੱਜ ਦਾ ਜੋ ਇਹ ਦਿਹਾੜਾ ਭਾਵੇਂ ਮਾਘ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਦਿਹਾੜਾ ਹੈ, ਬਹੁਤ ਸਾਰੇ ਐਸੇ ਦਿਹਾੜੇ ਮਾਘ ਦੇ ਮਹੀਨੇ ਦੀਆਂ ਸੰਕਰਾਂਤਾਂ ਆਈਆਂ, ਪਰੰਤੂ ਸਾਡੇ ਸਿੱਖ ਧਰਮ ਦੇ ਅੰਦਰ ਇਸ ਦਿਹਾੜੇ ਦੀ ਮਹਾਨਤਾ ਕਿਵੇਂ ਬਣਦੀ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਹ ਸਾਰਾ ਜਿਹੜਾ ਨਗਰ ਸੀ ਗੁਰੂ ਕਾ ਚੱਕ, ਇਸ ਦਾ ਪਹਿਲਾ ਨਾਮ ਰੱਖਿਆ ਗਿਆ। ਇਸ ਸ਼ਹਿਰ ਨੂੰ ਆਪ ਸਤਿਗੁਰੂ ਪਾਤਸ਼ਾਹ ਜੀ ਨੇ ਹੱਥੀਂ ਵਸਾਉਣਾ ਕੀਤਾ। ਫਿਰ ਜਿਹੜਾ ਅੰਮ੍ਰਿਤ ਸਰੋਵਰ ਹੈ, ਇਸ ਦੀ ਪਟਵਾਈ ਆਪ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਰੰਭ ਕਰਵਾਈ, ਜਿਸ ਦੀਆਂ ਟੋਕਰੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਸੀਸ ਦੇ ਉੱਪਰ ਢੋਂਦੇ ਰਹੇ, ਪਰੰਤੂ ਉਮਰਾਂ ਬੜੀ ਸੀਮਤ ਹੋਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਨਹੀਂ ਕਰਵਾਇਆ। ਉਹ ਸਰੋਵਰ ਜਿਹੜਾ ਸੀ, ਇਸ ਦੀ ਆਰੰਭਤਾ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਕਰ ਦਿੱਤੀ ਹੈ। ਫਿਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤਖਤ ਤੇ ਸੁਭਾਏਮਾਨ ਹੋਏ ਨੇ। ਪਿਤਾ ਜੀ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ, ਉਹਨਾਂ ਦੇ ਬਚਨਾਂ ਨੂੰ ਦੁਨੀਆ ਦੇ ਵਿੱਚ ਉਜਾਗਰ ਕਰਨ ਵਾਸਤੇ ਇਸ ਸਰੋਵਰ ਦੀ ਸੰਪੂਰਨਤਾ ਕਰਵਾਈ, ਇਹਦੀਆਂ ਸੋਪਾਨ ਪੱਕੀਆਂ ਕਰਵਾਈਆਂ। ਫਿਰ ਇਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ 1 ਮਾਘ 1645 ਬਿਕਰਮੀ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੀਂਹ ਪੱਥਰ ਰੱਖਣ ਲੱਗੇ ਨੇ। ਉੱਥੇ ਬਹੁਤ ਸਾਰੇ ਮਹਾਂਪੁਰਖ ਅਧਿਆਤਮਕਵਾਦੀ ਨਾਮ ਦੇ ਵਿੱਚ ਰੰਗੀਆਂ ਰੂਹਾਂ ਨੇ। ਨਾਲ ਹੀ ਸਾਈਂ ਮੀਆਂ ਮੀਰ ਜੀ ਵੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਹਨ।
ਜਿਨ੍ਹਾਂ ਦੀ ਇੰਨੀ ਕੋ ਉੱਚੀ ਅਵਸਥਾ ਬਣ ਚੁੱਕੀ ਸੀ, ਇਹ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪੱਕੇ ਨਿਤਨੇਮੀ ਸਨ। ਸਮੁੱਚੀ ਸੁਖਮਨੀ ਜੀ ਦੀ ਬਾਣੀ ਸਾਈਂ ਮੀਆਂ ਮੀਰ ਜੀ ਨੇ ਪਿਆਰ ਵਿੱਚ ਕੰਠ ਕੀਤੀ ਹੋਈ ਸੀ। ਜਦੋਂ ਸੁਰਤੀ ਦੇ ਨਾਲ ਇਹ ਉੱਠਦੇ ਸਨ ਉੱਪਰ, ਤੇ ਸੱਚਖੰਡ ਤੱਕ ਇਹਨਾਂ ਦੀ ਸੁਰਤ ਰੋਜ਼ਾਨਾ ਚਲੀ ਜਾਂਦੀ ਸੀ। ਐਸੇ ਮਿੱਤਰ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਧਿਆਤਮਕਵਾਦੀ, ਪਰਮਾਰਥ ਦੇ ਪਾਂਧੀ ਸਾਈਂ ਮੀਆਂ ਮੀਰ ਜੀ ਕੋਲ ਹਨ ਸਤਿਗੁਰਾਂ ਦੇ। ਤੇ ਜਿਸ ਵੇਲੇ ਨੀਂਹ ਪੱਥਰ ਰੱਖਣ ਲੱਗੇ ਨੇ, ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਨਾਲ ਲਿਆ ਤੇ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਰੱਖਿਆ। ਕਈ ਵਿਦਵਾਨਾਂ ਦੀ ਰਾਏ ਹੈ ਵੀ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਨੀਂਹ ਪੱਥਰ ਰਖਵਾਇਆ, ਉਹ ਨਾਲ ਜ਼ਰੂਰ ਹਾਜ਼ਰ ਸਨ, ਪਰੰਤੂ ਨੀਂਹ ਪੱਥਰ ਜਿਹੜੀ ਪਹਿਲੀ ਇੱਟ ਸੀ ਹਰ ਕੀ ਪੌੜੀ ਤੇ, ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ 1 ਮਾਘ 1645 ਬਿਕਰਮੀ ਨੂੰ ਆਪਣੇ ਕਰ ਕਮਲਾਂ ਦੇ ਨਾਲ ਰੱਖੀ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਇਹ ਕਿਸ ਵਾਸਤੇ ਹਰਿਮੰਦਰ ਸਾਹਿਬ ਦਾ ਨਿਰਮਾਣ ਕੀਤਾ? ਇੱਥੇ ਹਰੀ ਦੇ ਪਿਆਰੇ ਸੰਤ, ਭਗਤੀ ਕਰਨ ਵਾਲੀਆਂ ਰੂਹਾਂ ਬੈਠ ਕਰਕੇ ਹਰੀ ਪਰਮਾਤਮਾ ਦੇ ਗੁਣ ਗਾਇਆ ਕਰਨਗੀਆਂ। ਇਸ ਸੱਚਖੰਡ ਦੇ ਅੰਦਰ ਬੈਠ ਕਰਕੇ ਬਾਣੀ ਦਾ ਐਸਾ ਅਭਿਆਸ ਹੋਵੇਗਾ। ਕਿੰਨੇ ਗੁਰੂ ਪਿਆਰੇ ਅੱਜ ਵੀ ਜੁੜ ਕਰਕੇ ਕੀਰਤਨ ਦਾ ਆਨੰਦ ਮਾਣਦੇ ਨੇ। ਕੋਈ ਸਮਾਧੀ ਸਥਿਤ ਹੋ ਕਰਕੇ ਇਸ ਸੱਚਖੰਡ ਦੇ ਵਿੱਚ ਬੈਠ ਕੇ ਆਨੰਦ ਮਾਣਦਾ, ਕੋਈ ਇਸ ਦੀਆਂ ਪਾਵਨ ਪ੍ਰਕਰਮਾਂ ਦੇ ਵਿੱਚ ਅਭਿਆਸੀ ਗੁਰਮੁਖ ਰੂਹਾਂ ਜੁੜ ਕਰਕੇ ਬੜੇ ਆਨੰਦ ਲੈਂਦੀਆਂ ਨੇ। ਅੱਜ ਦੇ ਸ਼ੁਭ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਰੱਖਿਆ। ਉਸ ਦਿਨ ਤੋਂ ਇਹ ਜਿਹੜਾ ਮਾਘ ਮਹੀਨੇ ਦੀ ਸੰਕਰਾਂਤ ਦਾ ਇਤਿਹਾਸ ਸਾਡੇ ਸਿੱਖ ਧਰਮ ਦੇ ਨਾਲ ਆ ਕਰਕੇ ਜੁੜਦਾ ਹੈ। ਦੂਸਰਾ ਜਿਹੜਾ ਇਤਿਹਾਸ, ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹਾੜੀ ਰਾਜਿਆਂ ਔਰੰਗਜ਼ੇਬ ਦੀ ਸੈਨਾ ਨੇ ਕਈ ਮਹੀਨਿਆਂ ਬੱਧੀ ਸਤਿਗੁਰੂ ਪਾਤਸ਼ਾਹ ਨੂੰ ਘੇਰਾਬੰਦੀ ਵਿੱਚ ਰੱਖਿਆ। ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦੇਣ ਵਾਸਤੇ ਵਾਰ-ਵਾਰ ਕਹਿੰਦੇ ਰਹੇ। ਉਸ ਵੇਲੇ ਸਿੰਘ ਜਿਹੜੇ ਸਨ ਸਾਧ ਸੰਗਤ ਜੀ ਢਿੱਡਾਂ ਤੋਂ ਭੁੱਖ ਦੇ ਸਤਾਏ ਹੋਏ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ, ਸਾਡੇ ਕੋਲੋਂ ਰਿਹਾ ਨਹੀਂ ਜਾਂਦਾ। ਸਤਿਗੁਰੂ ਪਿਤਾ ਕਲਗੀਧਰ ਜੀ ਨੇ ਬਚਨ ਕਹੇ ਸੀ, ਸਿੰਘੋ 6 ਮਹੀਨੇ ਦਾ ਸਮਾਂ ਕੱਟ ਲਓ। ਨਹੀਂ ਮਹਾਰਾਜ, ਇੰਨਾ ਲੰਬਾ ਸਮਾਂ ਨਹੀਂ ਰਹਿ ਸਕਦੇ। 3 ਮਹੀਨੇ ਕਿਹਾ, ਨਹੀਂ ਰਹਿ ਸਕਦੇ। 40 ਦਿਨ ਸਤਿਗੁਰਾਂ ਨੇ ਕਿਹਾ, 1 ਮਹੀਨਾ ਕਿਹਾ, ਤੇ ਜਦੋਂ ਜਵਾਬ ਦੇ ਦਿੱਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ, ਤੁਹਾਡੀ ਇੱਛਾ ਤੇ ਜਾਣਾ ਚਲੇ ਜਾਓ। ਇੱਕ ਕਾਗਜ਼ ਦੇ ਉੱਤੇ ਲਿਖ ਦਿਓ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਹੈ। ਕਿਉਂਕਿ ਜਿਸ ਦਿਨ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ, ਮੈਂ ਜਾਮਨ ਬਣਿਆ ਸੀ ਤੁਹਾਡਾ, ਪਰਮਾਤਮਾ ਦੀ ਦਰਗਾਹ ਦੇ ਤੱਕ ਤੁਹਾਨੂੰ ਲੈ ਕੇ ਜਾਣ ਦਾ। ਸਤਿਗੁਰੂ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਅਨੁਸਾਰ ਕਾਗਜ਼ ਦੇ ਉੱਤੇ ਦਸਤਖਤ ਕੀਤੇ ਨੇ। ਲਿਖਤੀ ਰੂਪ ਦੇ ਵਿੱਚ ਇਕੱਲੇ ਇੱਕ ਕਿਸੇ ਇਲਾਕੇ ਦੇ ਨਹੀਂ ਸਨ, ਸਮੁੱਚੇ ਸਿੰਘਾਂ ਨੇ ਉੱਥੇ ਆਨੰਦਪੁਰ ਸਾਹਿਬ ਦੇ ਕਿਲੇ ਆਨੰਦਗੜ੍ਹ ਦੇ ਵਿੱਚ ਦਸਤਖਤ ਕਰ ਕਰਕੇ ਉੱਥੋਂ ਇਹ ਆਪੋ ਆਪਣੇ ਨਗਰਾਂ ਨੂੰ ਜਾਣੇ ਸ਼ੁਰੂ ਹੋ ਗਏ। ਬੜਾ ਲੰਬਾ ਸਤਿਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਹੈ। ਤੇ ਉੱਥੋਂ ਜਦੋਂ ਚੱਲੇ ਨੇ ਸਤਿਗੁਰੂ ਪਾਤਸ਼ਾਹ ਦੇ ਕੋਲੋਂ, ਦੁਨੀ ਚੰਦ ਵਰਗਿਆਂ ਦਾ ਕੀ ਹਾਲ ਹੋਇਆ। ਕਿਲੇ ਤੋਂ ਰਾਤ ਨੂੰ ਦੌੜਨ ਲੱਗਿਆ ਲੱਤ ਟੁੱਟ ਗਈ, ਰੱਸਾ ਟੁੱਟ ਗਿਆ ਸੀ। ਘਰ ਵਿੱਚ ਆ ਕੇ ਸੱਪ ਲੜ ਕਰਕੇ ਉਹਦੀ ਮੌਤ ਹੋ ਗਈ। ਜਦੋਂ ਇਹ ਸਾਰੇ ਵੱਖੋ ਵੱਖਰੇ ਇਲਾਕਿਆਂ ਦੇ ਸਿੰਘ ਆਪੋ ਆਪਣੇ ਘਰਾਂ ਵਿੱਚ ਆਏ ਨੇ,
ਘਰਾਂ ਵਿੱਚ ਪਤਨੀਆਂ, ਇਸਤਰੀਆਂ, ਹੋਰ ਸਾਰੇ ਪਰਿਵਾਰਾਂ ਨੇ ਪੁੱਛਿਆ ਕਿ ਅਨੰਦਪੁਰ ਸਾਹਿਬ ਦਾ ਕੀ ਹਾਲ ਹੈ। ਸੁੱਖ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਤਿਹ ਹੋ ਗਈ ਜੰਗ ਵਿੱਚ। ਸਤਿਗੁਰੂ ਪਾਤਸ਼ਾਹ ਆਨੰਦਾਂ ਦੀ ਪੁਰੀ ਤੋਂ ਕਿਤੇ ਚਲੇ ਗਏ ਨੇ ਤਾਂ ਇਹਨਾਂ ਨੇ ਨਾਂ ਦੇ ਵਿੱਚ ਸਿਰ ਹਿਲਾ ਕਰਕੇ ਕਿਹਾ, ਕਹਿੰਦੇ ਅਸੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਥ ਛੱਡ ਕੇ ਆ ਗਏ। ਅਸੀਂ ਕਹਿ ਆਏ ਹਾਂ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ ਹਾਂ। ਇਹ ਸੁਣ ਕਰਕੇ ਬੀਬੀਆਂ ਦੇ ਖੂਨ ਖੌਲੇ ਨੇ। ਉਹਨਾਂ ਨੇ ਕਹਿ ਦਿੱਤਾ ਕਿ ਆਪਣੀਆਂ ਹੱਥਾਂ ਵਿੱਚ ਚੂੜੀਆਂ ਪਾ ਲਓ, ਸਾਡੇ ਵਾਲੇ ਵਸਤਰ ਤੁਸੀਂ ਪਹਿਨੋ, ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਪਕਾਉਣ ਦਾ ਕੰਮ ਕਰੋ, ਅਸੀਂ ਮੈਦਾਨੀ ਜੰਗ ਵੱਲ ਨੂੰ ਜਾਂਦੀਆਂ ਹਾਂ। ਉਸ ਵੇਲੇ ਸਦੋਂ ਇਲਾਕੇ ਦੇ ਲੋਕ ਆਪਸ ਵਿੱਚ ਵਿਚਾਰਾਂ ਕਰਦੇ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਚਮਕੌਰ ਦੀ ਜੰਗ ਦੇ ਵਿੱਚੋਂ ਤਾੜੀ ਮਾਰ ਕੇ ਨਿਕਲੇ। ਮਾਛੀਵਾੜੇ ਦੇ ਜੰਗਲਾਂ ਵਿੱਚ ਹੀ ਹੁੰਦੇ ਹੋਏ ਕੋਟਕਪੂਰੇ ਦੇ ਇਲਾਕੇ ਵਿੱਚ ਆ ਚੁੱਕੇ ਨੇ ਤੇ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਾਮੇਆਣੇ ਪਿੰਡ ਦੇ ਕੋਲ ਸਨ ਤੇ ਇਸ ਇਲਾਕੇ ਦੇ ਮਾਝੇ ਦੇ ਇਲਾਕੇ ਦੀਆਂ ਜਿੰਨੀਆਂ ਪੰਚਾਇਤਾਂ ਸੀ, ਨਗਰਾਂ ਦੇ ਮੁਖੀ ਸਨ ਚੁਣੇ ਹੋਏ। ਇਹਨਾਂ ਨੇ ਕਿਹਾ ਵੀ ਅਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਔਰੰਗਜ਼ੇਬ ਦੇ ਨਾਲ ਸਮਝੌਤਾ ਕਰਵਾਉਂਦੇ ਹਾਂ। ਮਾਣ ਸੀ ਉਹਨਾਂ ਦੇ ਮਨਾਂ ਵਿੱਚ ਵੀ ਇਲਾਕੇ ਦੇ ਅਸੀਂ ਚੌਧਰੀ ਮੁਖੀ ਹਾਂ, ਸਾਡਾ ਗੁਰੂ ਗੋਬਿੰਦ ਸਿੰਘ ਬਚਨ ਨਹੀਂ ਮੋੜਨਗੇ, ਅਸੀਂ ਵਿਚੋਲਗੀ ਕਰਕੇ ਔਰੰਗੇ ਨਾਲ ਸੰਧੀ ਕਰਵਾ ਦਿਆਂਗੇ। ਜਦੋਂ ਰਾਮੇਆਣੇ ਦੀ ਧਰਤੀ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਮਿਲੇ ਹਨ ਤਾਂ ਉੱਥੇ ਸਤਿਗੁਰਾਂ ਨੂੰ ਜਾ ਕਰਕੇ ਇਹ ਇਲਾਕਿਆਂ ਦੇ ਜਿਹੜੇ ਪਤਵੰਤੇ ਸੀ, ਪੰਚਾਇਤਾਂ ਦੇ ਮੁਖੀ, ਪੰਚ, ਸਰਪੰਚ ਸਨ, ਇਹ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਹੱਥ ਜੋੜ ਕੇ ਦੇਖੋ ਸਤਿਗੁਰੂ ਕਿੰਨਾ ਨੁਕਸਾਨ ਕਰਵਾ ਲਿਆ। ਆਨੰਦਪੁਰ ਸਾਹਿਬ ਜੱਦੀ ਜ਼ਮੀਨ ਜਾਇਦਾਦ ਜਿਹੜੀ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਮੁੱਲ ਖਰੀਦ ਕੇ ਆਬਾਦ ਕੀਤਾ ਨਗਰ, ਉਹ ਵੀ ਉਜੜ ਗਿਆ ਹੈ। ਸਾਹਿਬਜ਼ਾਦੇ ਤੁਸਾਂ ਸ਼ਹੀਦ ਕਰਵਾ ਲਏ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋ ਗਈ, ਕਿੰਨਾ ਤੁਹਾਡਾ ਨੁਕਸਾਨ ਹੋਇਆ। ਚਲੋ ਅਸੀਂ ਤੁਹਾਡੀ ਔਰੰਗਜ਼ੇਬ ਦੇ ਨਾਲ ਸੰਧੀ ਕਰਵਾਉਂਦੇ, ਤੁਸੀਂ ਜੰਗ ਜੁੱਧ ਕਰਨੇ ਛੱਡ ਦਿਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀਰ ਰਸ ਦੇ ਵਿੱਚ ਆ ਕਰਕੇ ਨਾ ਮੁਖੀਆਂ ਨੂੰ ਕਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਸੰਧੀਆਂ ਕਰਵਾਉਣ ਵਾਲੇ ਆ ਗਏ। ਜਦੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਤਤੀਆਂ ਤਵੀਆਂ ਤੇ ਬਿਠਾ ਕੇ ਜਰਵਾਣੀਆਂ ਨੇ ਸ਼ਹੀਦ ਕੀਤਾ, ਤੁਸੀਂ ਕਿੱਥੇ ਗਏ ਸੀ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਾ ਬਲੀਦਾਨ ਦਿੱਲੀ ਵਿੱਚ ਜਾ ਕੇ ਦਿੱਤਾ, ਔਰੰਗੇ ਨਾਲ ਕਿਉਂ ਨਹੀਂ ਤੁਸਾਂ ਨੇ ਸੰਧੀ ਕਰਵਾਈ? ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਸਾਨੂੰ ਤੁਹਾਡੇ ਵਰਗੇ ਵਿਚੋਲਗੀ ਕਰਨ ਵਾਲਿਆਂ ਦੀ ਲੋੜ ਨਹੀਂ ਹੈ। ਫਿਰ ਇਹਨਾਂ ਨੇ ਸੋਚਿਆ ਵੀ ਸਾਡੀ ਹੱਦ ਹੋ ਗਈ, ਬੇਇੱਜ਼ਤੀ ਕਰ ਦਿੱਤੀ। ਸਤਿਗੁਰਾਂ ਨੇ ਨਹੀਂ ਵੇਖਿਆ ਵੀ ਇਲਾਕਿਆਂ ਦੇ ਮੁਖੀ ਪੰਚ ਸਰਪੰਚ ਆਏ ਨੇ, ਕਹਿੰਦੇ ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰਾਂ ਨੇ ਫਿਰ ਕਿਹਾ ਸੀ ਇਸ ਤਰ੍ਹਾਂ ਗੱਲ ਨਹੀਂ ਬਣਨੀ, ਲਿਖ ਦਿਓ ਕਾਗਜ਼ ਦੇ ਉੱਪਰ। ਤਾਂ ਉੱਥੇ ਫਿਰ ਇਹ ਜਿਹੜਾ ਰਾਮੇਆਣੇ ਦੀ ਧਰਤੀ ਦੇ ਕੋਲ ਵਿਦਾਵਾ ਲਿਖਿਆ ਸੀ, ਇਸ ਇਲਾਕਿਆਂ ਦੇ ਚੌਧਰੀਆਂ ਨੇ 2 ਵਾਰੀ ਵਿਦਾਵੇ ਲਿਖੇ ਗਏ ਨੇ। ਇੱਕ ਵਿਦਾਵਾ ਆਨੰਦਪੁਰ ਦੀ ਧਰਤੀ ਤੇ ਸਿੰਘਾਂ ਨੇ ਲਿਖਿਆ ਸੀ, ਉਹ ਕਿੱਥੇ ਗਿਆ? ਉਹ ਚਮਕੌਰ ਦੀ ਗੜ੍ਹੀ ਵਿੱਚ ਜਦੋਂ ਸਤਿਗੁਰਾਂ ਨੇ ਕਲਗੀ ਵੀ ਦੇ ਦਿੱਤੀ, ਜਿਗਾ ਵੀ ਬਖਸ਼ਿਸ਼ ਕਰ ਦਿੱਤੀ, ਖਾਲਸੇ ਪੰਥ ਨੂੰ ਸਭ ਕੁਝ ਸਮਰਪਿਤ ਕਰ ਦਿੱਤਾ, ਉੱਥੇ ਸਤਿਗੁਰੂ ਪਾਤਸ਼ਾਹ ਨੇ ਸਭ ਕੁਝ ਹੀ ਸਮਾਪਤ ਕਰ ਦਿੱਤਾ ਸੀ। ਤਾੜੀ ਮਾਰ ਕੇ ਤੁਰੇ ਨੇ। ਉਹ ਵਿਦਾਵਾ ਕਈ ਵਿਦਵਾਨ ਭੁਲੇਖੇ ਨਾਲ ਕਹਿ ਦਿੰਦੇ ਆਨੰਦਪੁਰ ਦੀ ਧਰਤੀ ਦਾ ਲਿਖਿਆ ਵਿਦਾਵਾ ਇੱਥੇ ਮੁਕਤਸਰ ਦੀ ਧਰਤੀ ਤੇ ਆ ਕੇ ਪੜਾਇਆ। ਨਹੀਂ ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਜਿਹੜੀ ਸੀਨੇ ਪਸੀਨੇ ਵਿਚਾਰ ਚੱਲੀ ਆਉਂਦੀ ਹੈ, ਇਹ ਵਿਦਾਵਾ ਰਾਮੇਆਣੇ ਦੀ ਧਰਤੀ ਤੇ ਇਸ ਮਾਝੇ ਦੇ ਇਲਾਕੇ ਦੇ ਚੌਧਰੀਆਂ ਨੇ ਲਿਖਿਆ ਸੀ। ਫਿਰ ਮਾਤਾ ਭਾਗ ਕੌਰ ਜੀ ਨੂੰ ਪਤਾ ਲੱਗਿਆ ਵੀ ਇਹ ਤਾਂ ਬਖਸ਼ਾਉਣ ਵਾਸਤੇ ਗਏ ਸੀ, ਇਹ ਤਾਂ ਹੋਰ ਕੁਝ ਕਰਕੇ ਆ ਗਏ ਨੇ। ਵਿਦਾਵਾ ਫਿਰ ਚੌਧਰੀ ਲਿਖ ਕੇ ਆ ਗਏ।
ਫਿਰ ਮਾਤਾ ਭਾਗ ਕੌਰ ਜੀ ਝਵਾਲ ਦੇ ਇਲਾਕੇ ਦੇ ਰਹਿਣ ਵਾਲੇ ਇਹ ਜੱਥਾ ਲੈ ਕਰਕੇ ਤੁਰੇ ਨੇ। ਭਾਈ ਮਹਾ ਸਿੰਘ ਜੀ ਨਾਲ ਮਾਤਾ ਜੀ ਦੇ ਗਏ ਨੇ। ਸਿੰਘਾਂ ਦਾ ਜੱਥਾ ਜਦੋਂ ਗਿਆ, ਉਸ ਵੇਲੇ ਸਤਿਗੁਰੂ ਰਾਮੇਆਣੀ ਦੀ ਧਰਤੀ ਤੋਂ ਖਿੱਦੋ ਦੀ ਢਾਬ ਨੂੰ ਖਦਰਾਣੀ ਦੀ ਢਾਬ ਕਹਿੰਦੇ ਸੀ, ਉਸ ਜਗ੍ਹਾ ਤੇ ਆ ਪੁੱਜੇ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਹੁਣ ਸਮਾਂ ਵਾਚਿਆ, ਇਹਨਾਂ ਨੇ ਲਿਖੇ ਹੋਏ ਬਿਦਾਵੇ ਜਿਹੜੇ ਇਹ ਖੂਨ ਦੇ ਕਰਕੇ ਪਾੜੇ ਜਾ ਸਕਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਲੈਣ ਵਾਸਤੇ ਤੇ ਇਹਨਾਂ ਸਿੰਘਾਂ ਨੇ ਦੇਖਿਆ ਵੀ ਮਗਰ ਮਾਰੋ ਮਾਰ ਕਰਦੀ ਹੋਈ ਵਜੀਦੇ ਦੀ ਸੈਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ ਪਈ ਹੋਈ ਹੈ, ਤਾਂ ਝਾੜੀਆਂ ਦੇ ਉੱਪਰ ਜਾ ਕੇ ਬਸਤਰ ਪਾ ਦਿੱਤੇ। ਆਪਣੇ ਜਿੰਨੇ ਬਸਤਰ ਕੱਪੜੇ ਸਨ ਝਾੜੀਆਂ ਉੱਤੇ ਇਸ ਤਰ੍ਹਾਂ ਦਿਖਾਏ ਜਿਵੇਂ ਤੰਬੂ ਲੱਗੇ ਹੋਣ। ਉਹਨਾਂ ਤੰਬੂਆਂ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਇਹਨਾਂ ਸਿੰਘਾਂ ਦੇ ਉਤਾਰੇ ਕੀਤੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸੈਨਾ ਨਹੀਂ ਗਈ, ਤੰਬੂਆਂ ਦਾ ਭੁਲੇਖਾ ਖਾ ਕੇ ਇਸ ਪਾਸੇ ਨੂੰ ਸੈਨਾ ਆਈ। ਉੱਥੇ ਫਿਰ ਘਮਸਾਨ ਦਾ ਜੰਗ ਹੋਇਆ। ਉਹਨਾਂ ਗੁਰੂ ਪਿਆਰਿਆਂ ਨੇ ਦੁਸ਼ਮਣਾਂ ਦੇ ਆਹੂ ਲਾਹੇ। ਟਿੱਬੀ ਸਾਹਿਬ ਵਾਲੇ ਸਥਾਨ ਤੋਂ ਬੈਠ ਕੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੀਰਾਂ ਦੀ ਵਰਖਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਪ੍ਰਸੰਨ ਨੇ ਮਨ ਦੇ ਅੰਦਰ ਆ ਗਏ ਨੇ ਗੁਰੂ ਪਿਆਰੇ ਬਿਦਾਵੇ ਨੂੰ ਪੜਾਉਣ ਵਾਸਤੇ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਸੂਰਮਾ ਮਗਰ ਨਹੀਂ ਹਟਿਆ। ਕੋਈ 10 ਕਦਮ ਅੱਗੇ ਹੋ ਕਰਕੇ ਬੈਰੀਆਂ ਦੇ ਆਹੂ ਲਾਉਂਦਾ, ਕੋਈ 20 ਕਦਮ ਅੱਗੇ ਵਧਿਆ, ਕੋਈ 50 ਕਦਮ ਅੱਗੇ ਹੋ ਕਰਕੇ ਜੰਗ ਕਰਦਾ ਪਿਆ। ਉੱਥੇ ਇਹਨਾਂ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਕੀਤੇ ਨੇ। 40 ਸਿੰਘਾਂ ਦੇ ਵਿੱਚੋਂ ਮਾਤਾ ਭਾਗ ਕੌਰ ਜੀ ਵੀ ਜ਼ਖਮੀ ਹੋ ਗਏ ਜੰਗ ਦੇ ਵਿੱਚ, ਤੇ ਭਾਈ ਮਹਾ ਸਿੰਘ ਜੀ ਵੀ ਮਹਾਨ ਇਸ ਜ਼ਖਮੀ ਫੱਟੜ ਹੋਏ ਨੇ। ਕਿਉਂਕਿ ਪਾਣੀ ਦੀ ਬੜੀ ਘਾਟ ਸੀ ਉੱਥੇ। ਇਹ ਖਿੱਦੋ ਖਦਰਾਣੇ ਦੀ ਢਾਬ ਦੇ ਉੱਪਰ ਸਤਿਗੁਰੂ ਪਾਤਸ਼ਾਹ ਪੁੱਜੇ ਹੋਏ ਨੇ। ਸਿੰਘਾਂ ਨੇ ਉੱਥੇ ਇਹਨਾਂ ਨੂੰ ਨੇੜੇ ਨਹੀਂ ਜਾਣ ਦਿੱਤਾ। ਫਿਰ ਵਜੀਦੇ ਨੇ ਪੁੱਛਿਆ ਸੀ ਇਸ ਕਪੂਰੇ ਦੇ ਕੋਲੋਂ, ਕਹਿਣ ਲੱਗਿਆ ਕਿ ਪਾਣੀ ਕਿੱਥੇ ਮਿਲ ਸਕਦਾ। ਕਪੂਰਾ ਜਿਹੜਾ ਸੀ ਕੋਟ ਕਪੂਰਾ ਜਿਸ ਦੇ ਨਾਮ ਤੇ ਬਣਿਆ, ਇਹ ਕਹਿਣ ਲੱਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੇ ਇਸ ਢਾਬ ਦੇ ਉੱਤੇ ਤਾਂ ਕਬਜ਼ਾ ਕਰ ਲਿਆ, ਜੇ ਅੱਗੇ ਜਾਵੋਗੇ 30 ਕੋਹ ਤੇ ਪਾਣੀ ਮਿਲੇਗਾ, ਤੇ ਜੇ ਮਗਰ ਜਾਵੋਗੇ 10 ਕੋਹ ਤੇ ਪਾਣੀ ਮਿਲ ਸਕਦਾ। ਫਿਰ ਵਜੀਦੇ ਨੇ ਸੋਚਿਆ ਵੀ ਜਿਹੜੇ ਇਹ ਸਿੰਘ ਸ਼ਹੀਦ ਹੋ ਗਏ ਜੰਗ ਦੇ ਵਿੱਚ, ਇਹਨਾਂ ਦੇ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਹੋਵੇਗਾ, ਮੈਂ ਇਨਾਮ ਲੈ ਲਵਾਂਗਾ ਔਰੰਗਜ਼ੇਬ ਦੇ ਕੋਲੋਂ। ਕਪੂਰੇ ਨੇ ਕਿਹਾ ਸੀ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 22 ਧਾਰ ਦੇ ਸਾਰੇ ਰਾਜੇ ਇਕੱਠੇ ਹੋ ਕੇ ਔਰੰਗਜ਼ੇਬ ਦੀ 10 ਲੱਖ ਸੈਨਾ ਇਕੱਤਰ ਹੋ ਕਰਕੇ ਸ਼ਹੀਦ ਨਹੀਂ ਕਰ ਸਕੀ। ਤੇਰੇ ਪਕੜਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਹਨ। ਉਥੋਂ ਫਿਰ ਇਹ ਵਜੀਦਾ ਸੈਨਾ ਲੈ ਕਰਕੇ ਵਾਪਸ ਮਗਰ ਨੂੰ ਮੁੜਿਆ ਸੀ। ਪਾਣੀ ਦੇ ਨਾਲ ਪਿਆਸ ਨਾਲੀ ਦੀ ਸੈਨਾ ਅੱਧੀ ਮਰ ਚੁੱਕੀ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਟਿੱਬੀ ਸਾਹਿਬ ਸਥਾਨ ਤੋਂ ਥੱਲੇ ਆਏ ਨੇ। ਮੈਦਾਨੀ ਜੰਗ ਵਾਲੀ ਜਦੋਂ ਧਰਤੀ ਤੇ ਸਤਿਗੁਰੂ ਪਾਤਸ਼ਾਹ ਬੜੀ ਤੇਜ਼ੀ ਨਾਲ ਘੁੰਮੇ ਨੇ। ਚਰਨਾਂ ਵਿੱਚ ਜੋੜਾ ਨਹੀਂ ਪਾਇਆ, ਜਿਵੇਂ ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ ਚਰਨਾਂ ਚੋਂ ਜੋੜਾ ਉਤਾਰ ਦਿੱਤਾ ਸੀ। ਕਿਸੇ ਸਿੰਘ ਦੇ ਦਾੜੇ ਨੂੰ ਕੇਸਾਂ ਨੂੰ ਕਿਤੇ ਸਾਡਾ ਚਰਨ ਨਾ ਲੱਗ ਜਾਵੇ। ਜਦੋਂ ਜੰਗ ਵਿੱਚ ਆਉਂਦੇ ਸ਼ਨਾਖਤਾਂ ਕਰਦੇ ਨੇ, ਆ ਫਲਾਨਾ ਸਿੰਘ ਪਿਆ ਹੈ, ਆ ਫਲਾਨਾ ਸਿੰਘ ਪਿਆ, ਸਾਰੇ ਸ਼ਹੀਦੀਆਂ ਪਾ ਚੁੱਕੇ ਨੇ। ਤਾਂ ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਭਾਈ ਮਹਾ ਸਿੰਘ ਜੀ ਜਿੱਥੇ ਸਹਿਕਦੇ ਨੇ, ਉਹਨਾਂ ਕੋਲ ਆਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਭਾਈ ਮਹਾ ਸਿੰਘ ਜੀ ਦਾ ਸੀਸ ਆਪਣੇ ਕਰ ਕਮਲਾਂ ਵਿੱਚ ਚੁੱਕ ਕੇ ਆਪਣੇ ਪੱਟ ਦੇ ਉੱਤੇ ਪਿਆਰ ਨਾਲ ਰੱਖ ਲਿਆ। ਰੁਮਾਲ ਦੇ ਨਾਲ ਉਸ ਦੀਆਂ ਅੱਖਾਂ ਸਾਫ਼ ਕੀਤੀਆਂ, ਚਿਹਰਾ ਸਾਫ਼ ਕਰਦੇ। ਖੂਨ ਦੇ ਛਿੱਟੇ ਪਏ ਨੇ ਚਿਹਰੇ ਤੇ, ਉਹ ਸਤਿਗੁਰਾਂ ਨੇ ਸਾਫ਼ ਕੀਤੇ ਤੇ ਆਵਾਜ਼ ਦਿੱਤੀ ਹੈ, ਮਹਾ ਸਿੰਘ ਮੈਂ ਆ ਗਿਆ ਹਾਂ।
ਜਦੋਂ ਸਤਿਗੁਰਾਂ ਨੇ ਆਵਾਜ਼ਾਂ ਦਿੱਤਾ, ਉਸੇ ਵੇਲੇ ਤਰਪ ਤਰਪ ਕਰਕੇ ਨੇਤਰਾਂ ਚੋਂ ਆਂਸੂ ਵਗਣ ਲੱਗ ਪਏ। ਨੇਤਰ ਖੋਲੇ ਨੇ, ਇੱਕਦਮ ਫਿਰ ਬੰਦ ਹੋ ਗਏ। ਸਤਿਗੁਰੂ ਦੇ ਦਰਸ਼ਨ ਹੋਏ ਨੇ। ਗੋਦ ਵਿੱਚ ਪਿਆ ਹੈ ਭਾਈ ਮਹਾਂ ਸਿੰਘ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਪੁੱਛਦੇ ਨੇ, ਮਹਾਂ ਸਿੰਘ ਤੇਰੇ ਤੇ ਬਹੁਤ ਮੈਂ ਪ੍ਰਸੰਨ ਹਾਂ। ਤੇਰੇ ਸਰੀਰ ਵਿੱਚੋਂ ਜਿੰਦ ਆਤਮਾ ਜੀਵ ਕਲਾ ਹਾਲੇ ਨਿਕਲੀ ਨਹੀਂ, ਬਾਕੀ ਸਿੰਘ ਸ਼ਹੀਦ ਹੋ ਚੁੱਕੇ ਨੇ। ਮੰਗ ਜੋ ਮੰਗਣਾ ਹੈ। ਤੇਰੀ ਉਮਰਾਂ ਮੈਂ ਜੁਗਾਂ ਤੱਕ ਲੰਬੀ ਕਰ ਦਿਆਂ। ਤੈਨੂੰ ਦੁਨੀਆ ਦਾ ਤਰਲੋਕੀ ਦਾ ਰਾਜ ਤੇਰੀ ਝੋਲੀ ਵਿੱਚ ਪਾ ਕੇ ਰਾਜਾ ਬਣਾ ਦਿਆਂ। ਤਮਾਮ ਦੁਨੀਆ ਦੇ ਲੋਕ ਪਰਲੋਕ ਦੇ ਸੁੱਖ ਦੇ ਦਿਆਂ। ਮੰਗ ਕੀ ਮੰਗਣਾ ਹੈ? ਇੰਨੇ ਸਮੇਂ ਨੂੰ ਨੇਤਰ ਬੰਦ ਨੇ ਭਾਈ ਮਹਾਂ ਸਿੰਘ ਜੀ ਦੇ। ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਰੂਹਾਂ ਸਰੀਰ ਤਿਆਗ ਕੇ ਸੱਚਖੰਡ ਵੱਲ ਨੂੰ ਗਈਆਂ ਨੇ। ਸੱਚਖੰਡ ਦੇ ਦਰਵਾਜ਼ੇ ਬੰਦ ਹਨ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰਥ ਹੈ, ਕੋਈ ਪੁੱਛੋ ਬਵੇ ਕੀਆ ਜਾਏ। ਸਤਿਗੁਰੂ ਪਾਤਸ਼ਾਹ ਦੇ ਪਾਸ ਭਾਈ ਮਹਾਂ ਸਿੰਘ ਗੋਦ ਵਿੱਚ ਪਿਆ। ਉਹਨਾਂ ਸ਼ਹੀਦ ਸਿੰਘਾਂ ਦੀਆਂ ਰੂਹਾਂ ਆ ਕੇ ਭਾਈ ਮਹਾਂ ਸਿੰਘ ਜੀ ਨੂੰ ਬੇਨਤੀਆਂ ਕਰਦੀਆਂ, ਵੇਖੀ ਭਾਈ ਮਹਾਂ ਸਿੰਘ ਜੀ, ਕੋਈ ਦੁਨੀਆ ਦਾ ਪਦਾਰਥ ਨਾ ਮੰਗ ਲਈ, ਰਾਜ ਭਾਗ ਨਾ ਮੰਗ ਲਈ, ਲੰਬੀਆਂ ਉਮਰਾਂ ਨਾ ਸਤਿਗੁਰਾਂ ਕੋਲੋਂ ਮੰਗ ਲਈ। ਦਰਵਾਜ਼ੇ ਬੰਦ ਹੋ ਚੁੱਕੇ ਨੇ ਸੱਚਖੰਡ ਦੇ, ਵਿਦਾਵੇ ਆਪਣੇ ਪਟੇ ਨਹੀਂ ਹਨ। ਫਿਰ ਉਥੇ ਭਾਈ ਮਹਾਂ ਸਿੰਘ ਜੀ ਨੇ ਦੋਵੇਂ ਹੱਥ ਜੋੜੇ ਸਤਿਗੁਰਾਂ ਦੇ ਸਨਮੁਖ ਅਰਦਾਸ ਬੇਨਤੀ ਵਿੱਚ ਸ਼ਬਦ ਕਹੇ ਨੇ, ਮਹਾਰਾਜ ਬੱਚੇ ਕੁਚੇ ਹੋ ਸਕਦੇ ਨੇ, ਪੁੱਤਰ ਕਪੁੱਤਰ ਹੋ ਜਾਂਦੇ, ਮਾਪੇ ਕਦੇ ਕੁਮਾਪੇ ਨਹੀਂ ਹੋਇਆ ਕਰਦੇ। ਬੱਚਿਆਂ ਦੇ ਔਗਣਾਂ ਨੂੰ ਮਾਪੇ ਕਦੇ ਨਹੀਂ ਚਿਤਾਰੇ। ਅਸੀਂ ਭੁੱਲੜ ਬੱਚੇ ਹਾਂ ਆਪ ਜੀ ਦੇ। ਸਾਡੇ ਇਲਾਕਿਆਂ ਦੇ ਚੌਧਰੀਆਂ ਨੇ ਭੁੱਲ ਪੁਣੀ ਵਿੱਚ ਆ ਕੇ ਵਿਦਾਵੇ ਲਿਖ ਕੇ ਦੇ ਦਿੱਤੇ ਨੇ। ਮਹਾਰਾਜ ਕਿਰਪਾ ਕਰੋ, ਜੇ ਮੇਰਾਂ ਦੇ ਘਰ ਵਿੱਚ ਆਏ ਹੋ ਤੇ ਇਹ ਵਿਦਾਵਾ ਪਾੜ ਦਿਓ। ਫਿਰ ਕਿੱਥੇ ਸਤਿਗੁਰੂ ਪਾਤਸ਼ਾਹ ਪਿਆਰੇ ਗੁਰਸਿੱਖ ਦੀ ਭਾਵਨਾ ਵੇਖ ਕੇ ਜਵਾਬ ਦੇ ਸਕਦੇ। ਤਾਂ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਫਿਰ ਉਹ ਕਾਗਜ਼ ਆਪਣੇ ਕਮਰ ਕਸੇ ਵਿੱਚੋਂ ਕੱਢਿਆ, ਜਿਹੜਾ ਰਾਮੇਆਣੇ ਦੀ ਧਰਤੀ ਦੇ ਕੋਲ ਚੌਧਰੀ ਲਿਖ ਕੇ ਆਏ ਨੇ। ਉਹ ਵਿਦਾਵਾ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦੇ ਨੇਤਰਾਂ ਦੇ ਸਾਹਮਣੇ ਕਰਕੇ ਦੁਫਾੜ ਕਰਕੇ ਪਾੜ ਦਿੱਤਾ। ਜਦੋਂ ਵਿਦਾਵਾ ਫਟਿਆ, ਨਾਲ ਹੀ ਸੱਚਖੰਡ ਦੇ ਕਵਾੜ ਖੁੱਲ੍ਹਦੇ ਨੇ ਸ਼ਹੀਦਾਂ ਦੇ ਵਾਸਤੇ। ਤੇ ਭਾਈ ਮਹਾਂ ਸਿੰਘ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਕੇ ਸਤਿਗੁਰਾਂ ਨੂੰ ਦੋਵੇਂ ਹੱਥ ਜੋੜ ਕਰਕੇ ਗੋਦ ਵਿੱਚ ਪਏ ਨੇ, ਫਤਿਹ ਬੁਲਾਈ ਤੇ ਨਾਲ ਹੀ ਨੇਤਰ ਮੋੜ ਲਏ। ਪਿਆਰਾ ਸੱਚਖੰਡ ਨੂੰ ਚਲਿਆ ਗਿਆ। ਤਾਂ ਫਿਰ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਇਹਨਾਂ ਸ਼ਹੀਦਾਂ ਨੂੰ। ਮਾਤਾ ਭਾਗ ਕੌਰ ਜੀ ਦਾ ਸਰੀਰ ਉਹ ਵੀ ਜ਼ਖਮੀ ਰੂਪ ਦੇ ਵਿੱਚ ਡਿੱਗੇ ਪਏ ਨੇ। ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਸਰੀਰ ਜਿਹੜਾ ਸੀ ਉਹਦੇ ਰੋਗ ਦੂਰ ਕੀਤੇ, ਮਿਹਰ ਦੀ ਦ੍ਰਿਸ਼ਟੀ ਪਾ ਕੇ ਨਾਲ ਬ੍ਰਹਮ ਗਿਆਨ ਬਖਸ਼ਿਸ਼ ਕੀਤਾ, ਜਿਹੜੇ ਫਿਰ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਸਤਿਗੁਰੂ ਪਾਤਸ਼ਾਹ ਦੇ ਨਾਲ ਗਏ ਨੇ। ਜਨਵਾੜੇ ਦੀ ਧਰਤੀ ਤੱਕ ਕਿ ਮਹਾਨ ਉਹਨਾਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਅੰਤਲੇ ਸਵਾਸਾਂ ਦੇ ਤੱਕ। ਫਿਰ ਇੱਥੇ ਜਦੋਂ ਸਾਰੇ ਸ਼ਹੀਦ ਸਿੰਘ 40 ਰੂਪ ਦੇ ਵਿੱਚ ਪਏ ਨੇ ਸਰੀਰ, ਇਹਨਾਂ ਕੱਲੇ ਕੱਲੇ ਦੀ ਸ਼ਨਾਖਤ ਕਰਵਾ ਕੇ ਸਤਿਗੁਰਾਂ ਨੇ ਸਰੀਰ ਚੁਕਵਾਏ ਨੇ। ਜਿੱਥੇ ਗੁਰਦੁਆਰਾ ਸ਼ਹੀਦਗੰਜ ਅੱਜ ਅਸੀਂ ਦਰਸ਼ਨ ਕਰਨ ਜਾਂਦੇ, ਮਗਰਲੇ ਪਾਸੇ ਉੱਥੇ ਸਤਿਗੁਰੂ ਪਾਤਸ਼ਾਹ ਨੇ ਅੰਗੀਠਾ ਤਿਆਰ ਕਰਵਾਇਆ। ਉਹ ਅੰਗੀਠੇ ਦੇ ਵਿੱਚ ਚੰਦਨ ਦੀਆਂ ਲੱਕੜਾਂ ਰੱਖੀਆਂ ਨੇ। ਆਪ ਸਤਿਗੁਰਾਂ ਨੇ ਅੰਗੀਠਾ ਕੋਲ ਖੜ ਕੇ ਤਿਆਰ ਕਰਵਾਇਆ। ਕੱਲੇ ਕੱਲੇ ਸਿੰਘ ਦਾ ਸਰੀਰ ਚੁੱਕ ਕਰਕੇ ਅੰਗੀਠੇ ਤੇ ਰਖਵਾਇਆ। 40 ਸਿੰਘਾਂ ਦੇ ਸਰੀਰ ਇੱਕੋ ਅੰਗੀਠੇ ਤੇ ਰੱਖੇ ਗਏ। ਲੱਕੜਾਂ ਦੇ ਨਾਲ ਸਰੀਰਾਂ ਨੂੰ ਢਕਿਆ ਕੱਜਿਆ ਗਿਆ ਤੇ ਉੱਥੇ ਫਿਰ ਗਲ ਦੇ ਵਿੱਚ ਪੱਲਾ ਪਾ ਕੇ ਅੰਤਮ ਅਰਦਾਸ 40 ਸ਼ਹੀਦ ਸਿੰਘਾਂ ਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਕਰਦੇ ਪਏ ਨੇ। ਜਿਨ੍ਹਾਂ ਨੇ ਕਦੇ ਚਮਕੌਰ ਦੀ ਗੜ੍ਹੀ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਵੀ ਨਹੀਂ ਪਾਇਆ, ਕਿਹਾ ਸੀ ਇਹਨਾਂ ਵਿੱਚ ਆਪਣਾ
ਆਪਣਾ ਤੇ ਬਗਾਨਾ ਕਿਹੜਾ ਸਾਰੀ ਮੇਰੇ ਪਏ ਨੇ। ਅੱਜ ਇਹਨਾਂ 40 ਸ਼ਹੀਦ ਸਿੰਘਾਂ ਦੀ ਅਰਦਾਸ ਵੀ ਆਪ, ਫਿਰ ਜਿਹੜਾ ਲਾਂਬੂ ਲਾਉਣਾ ਸੀ, ਅਗਨ ਭੇਟ ਕਰਨਾ ਸੀ ਉਸ ਚਿਖਾ ਨੂੰ, ਉਹ ਵੀ ਸਤਿਗੁਰੂ ਆਪਣੇ ਕਰ ਕਮਲਾਂ ਨਾਲ ਸਮੁੱਚੀ ਸੇਵਾ ਨਿਭਾਉਂਦੇ ਨੇ। ਜਪਜੀ ਸਾਹਿਬ ਦਾ ਪਾਠ ਕਰਕੇ ਚਿਖਾ ਤਿਆਰ ਕੀਤੀ, ਹੱਥੀਂ ਲਾਂਬੂ ਲਾਏ ਸਤਿਗੁਰੂ ਪਾਤਸ਼ਾਹ ਨੇ। ਫਿਰ ਉਸ ਧਰਤੀ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਸੀ, ਇਹ ਖਿੱਦੂ ਦੀ ਖਦਰਾਣੀ ਦੀ ਢਾਹ ਨਹੀਂ ਹੋਵੇਗੀ, ਇਥੋਂ ਮੇਰੇ 40 ਸਿੰਘ ਮੁਕਤ ਹੋ ਕੇ ਸੱਚਖੰਡ ਨੂੰ ਗਏ ਨੇ, ਇਹ ਮੁਕਤੀ ਦਾ ਸਰੋਵਰ ਹੋਵੇਗਾ। ਜਿਹੜਾ ਵੀ ਆ ਕੇ ਇੱਥੇ ਇਸ਼ਨਾਨ ਕਰੇਗਾ ਇਸ ਸਰੋਵਰ ਦੇ ਵਿੱਚ, ਇੱਕ ਜਪਜੀ ਦਾ ਪਾਠ ਬੈਠ ਕੇ ਕਰੇਗਾ, ਉਹਨੂੰ ਸੱਚਖੰਡ ਦੇ ਦਰਵਾਜ਼ੇ ਖੁੱਲ ਜਾਣਗੇ। ਇੱਕ ਗੁਰਮੁਖ ਪਿਆਰੇ ਕਿਸੇ ਅਭਿਆਸੀ ਨਾਮ ਰਸੀਏ ਨੇ ਬਚਨ ਸੁਣਾਇਆ ਵੀ ਅਸੀਂ ਵੀ ਜਾਂਦੇ ਮੁਕਤਸਰ ਦੀ ਧਰਤੀ ਤੇ, ਸਾਡੀ ਗੁਰੂ ਨਾਲ ਗੱਲ ਕਿਉਂ ਨਹੀਂ ਬਣਦੀ। ਫਿਰ ਉਹ ਆਪ ਹੀ ਦੱਸਣ ਲੱਗੇ ਵੀ ਉੱਥੇ 40 ਜਿਹੜੇ ਸਿੰਘ ਮੁਕਤ ਹੋਏ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਨੇ ਆਪਣੇ ਸੀਸ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਸ਼ਹੀਦੀਆਂ ਦਿੱਤੀਆਂ ਉਹਨਾਂ ਨੇ ਸਤਿਗੁਰਾਂ ਵਾਸਤੇ। ਅਸੀਂ ਸੀਸ ਦਿੰਦੇ ਨਹੀਂ ਆਪਣਾ, ਤੇ ਗੁਰੂ ਨਾਲ ਗੱਲ ਕਿਵੇਂ ਬਣ ਜਾਵੇਗੀ। ਸੀਸ ਕੀ ਦੇਣਾ, ਸਿਰ ਦੇ ਵਿੱਚ ਹੀ ਸਾਡਾ ਦਿਮਾਗ ਹੁੰਦਾ, ਦਿਮਾਗ ਕਰਕੇ ਕਦੇ ਗੁਰੂ ਸਾਹਿਬ ਦੀ ਵਿਚਾਰ ਨੂੰ ਸੁਣਿਆ ਨਹੀਂ, ਕਦੇ ਮੰਨਿਆ ਨਹੀਂ, ਤੇ ਗੁਰੂ ਦੀਆਂ ਖੁਸ਼ੀਆਂ ਕਿਵੇਂ ਸਾਡੇ ਤੇ ਹੋ ਜਾਣਗੀਆਂ। ਸੋ ਇਸ ਲਈ ਸਾਧ ਸੰਗਤ, ਜੰਗ ਭਾਵੇਂ ਵਿਸਾਖ ਦੇ ਮਹੀਨੇ ਵਿੱਚ ਹੋਇਆ ਸੀ, ਉਸ ਵੇਲੇ ਪੰਥ ਨੇ ਗੁਰਮਤਾ ਕਰਕੇ, ਪਾਣੀ ਦੀ ਘਾਟ ਹੋਣ ਕਰਕੇ ਇਲਾਕਿਆਂ ਵਿੱਚ ਇਹ ਮਾਘੀ ਦਾ ਜਿਹੜਾ ਸ਼ੁਭ ਦਿਹਾੜਾ ਮੁਕਤਸਰ ਦੀ ਪਾਵਨ ਧਰਤੀ ਤੇ ਮਨਾਉਣਾ ਆਰੰਭ ਕੀਤਾ ਸੀ। ਅੱਜ ਉਹਨਾਂ 40 ਜਿਹੜੇ ਸ਼ਹੀਦ ਹੋਏ ਮੁਕਤਿਆਂ ਦਾ ਪਾਵਨ ਪਵਿੱਤਰ ਉਹਨਾਂ ਗੁਰੂ ਦੇ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ, ਤੇ ਸਮੁੱਚੀਆਂ ਸੰਗਤਾਂ ਰਲ ਮਿਲ ਕਰਕੇ ਮਨਾ ਰਹੀਆਂ ਨੇ। ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਅੱਜ ਦੇ ਸ਼ੁਭ ਦਿਹਾੜੇ 1645 ਬਿਕਰਮੀ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਰੱਖਦੇ ਹਨ। ਇਹ ਦੋਵੇਂ ਦਿਹਾੜੇ ਸੰਗਤਾਂ ਮਨਾ ਰਹੀਆਂ ਹਨ। ਸੋ ਆਓ ਹੁਣ ਕੁਝ ਸਮੇਂ ਲਈ ਆਏ ਹੋਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇਹ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਘਰ ਪਹਿਲਾ, ਪਹਿਲੇ ਘਰ ਤਾਲ ਦੇ ਵਿੱਚ ਪਾ ਕਰਕੇ ਇਹ ਸ਼ਬਦ ਦਾ ਗਾਇਨ ਹੋਵੇਗਾ। ਚੌਪਦੇ ਦਾ ਅਰਥ ਇਹ ਸ਼ਬਦ ਦੇ 4 ਪਦੇ ਹਿੱਸੇ ਹੋਣਗੇ। 4 ਪਦੇ ਪੌੜੀਆਂ ਦਾ ਇਹ ਸ਼ਬਦ ਆ ਰਿਹਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਵਾਹਿਗੁਰੂ ਇੱਕ ਹੈ, ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓੰਕਾਰ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਚੌਥੇ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਇਹ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕਾ ਚੱਕ ਆਬਾਦ ਕੀਤਾ ਤਾਂ ਉਸ ਵੇਲੇ ਕੁਝ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜਿਹੜਾ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਉਹ ਸਿੱਖ ਦੇ ਜੀਵ ਦੇ ਹਿਰਦੇ ਵਿੱਚ ਕਿਵੇਂ ਟਿਕ ਸਕਦਾ ਹੈ। ਤਾਂ ਸਤਿਗੁਰੂ ਜੀ ਨੇ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ, ਮੇਰਾ ਹੀਰ ਰਤਨ ਨਾਮ ਹਰ ਬਸਿਆ। ਸਾਡੇ ਹੀਰ ਕਹੀਏ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਰਤਨਾਂ ਦੇ ਵਾਂਗ ਅਮੋਲਕ ਹੈ। ਰਤਨ ਵੀ ਹਰ ਕਿਸੇ ਮਨੁੱਖ ਦੇ ਕੋਲ ਨਹੀਂ ਹੋਇਆ ਕਰਦੇ। ਕਿਸੇ ਜੌਹਰੀ ਨੂੰ ਪਤਾ ਵੀ ਉਹਦਾ ਕਿੰਨਾ ਮੁੱਲ ਹੁੰਦਾ ਤੇ ਫਿਰ ਜੌਹਰੀ ਉਹਦਾ ਮੁੱਲ ਦੱਸਦੇ ਨੇ, ਫਿਰ ਉਹ ਸੰਭਾਲੇ ਜਾਂਦੇ ਤੋਸ਼ੇ ਖਾਨਿਆਂ ਵਿੱਚ।
ਆਮ ਬੰਦੇ ਨੂੰ ਰਤਨ ਦੇ ਦਈਏ, ਉਹਨੂੰ ਮੁੱਲ ਦਾ ਨਹੀਂ ਪਤਾ ਹੋਣਾ, ਉਹ ਕਾਵਾਂ ਦੇ ਮਾਰ ਕਰਕੇ ਪੱਥਰਾਂ ਦੀ ਨਿਆਈ ਸੁੱਟ ਦੇਵੇਗਾ। ਪਰੰਤੂ ਜਿਹੜਾ ਕੋਈ ਜੋਰੀ ਹੈ ਉਹ ਰਤਨਾਂ ਦਾ ਮੁੱਲ ਸਮਝਦਾ ਹੈ। ਇਸੇ ਤਰ੍ਹਾਂ ਨਾਮ ਜਣੇ ਖਣੇ ਨੂੰ ਦੇਈ ਚੱਲੀਏ ਤੇ ਉਹ ਨਾਮ ਦੀ ਕਦਰ ਨਹੀਂ ਸਮਝੇਗਾ। ਜਿਹਨੇ ਅਭਿਆਸ ਕੀਤਾ ਹੋਵੇ, ਸਿਮਰਨ ਕੀਤਾ ਹੋਵੇ ਜ਼ਿੰਦਗੀ ਵਿੱਚ, ਫਿਰ ਉਹਨੂੰ ਪਤਾ ਹੁੰਦਾ ਵੀ ਨਾਮ ਕਿਵੇਂ ਹਿਰਦੇ ਵਿੱਚ ਆ ਕਰਕੇ ਬਸੇਗਾ। ਕਿੰਨਾ ਅਮੋਲਕ ਨਾਮ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਕਾਂਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨੇ ਚਾਂਦੀ ਸਿੱਕਿਆਂ ਦੇ ਬਦਲੇ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਰਤਨ ਦਾ ਅਰਥ ਕਰਨਾ ਹੈ ਅਮੋਲਕ, ਜਿਹਦਾ ਕੋਈ ਮੁੱਲ ਨਾ ਹੋਵੇ। ਮੇਰੇ ਹਿਰਦੇ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਪਰਮਾਤਮਾ ਹਰੀ ਦਾ ਨਾਮ ਰਤਨਾਂ ਦੀ ਨਿਆਈ ਜੋ ਅਮੋਲਕ ਹੈ ਉਹ ਬਸ ਗਿਆ, ਲੀਨ ਹੋ ਗਿਆ ਹੈ। ਔਰ ਹੱਥ ਧਰਿਓ ਮੇਰਾ ਮਾਥਾ। ਇਹ ਨਾਮ ਬਸਿਆ ਕਦੋਂ ਹਿਰਦੇ ਵਿੱਚ? ਜਦੋਂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਕਿਰਪਾ ਰੂਪੀ ਜਿਹੜਾ ਹੱਥ ਸੀ, ਮੇਰੇ ਮੱਥੇ ਦਾ ਅਰਥ ਹੈ ਅੰਤਿਸ਼ ਕਰਨ, ਜਿਹੜਾ ਚਾਰੇ ਬਿਰਤੀਆਂ ਦਾ ਸਮੁਦਾਇ ਹੈ, ਹਿਰਦਾ ਵੀ ਉਹਦੇ ਵਿੱਚ ਹੀ ਆ ਜਾਂਦਾ, ਹਿਰਦੇ 'ਚ ਨਾਮ ਵਸਣਾ ਹੈ। ਅੰਤਿਸ਼ ਕਾਰਨ ਰੂਪੀ ਮੇਰੇ ਮੱਥੇ ਦੇ ਉੱਪਰ ਕਿਰਪਾ ਦਾ ਹੱਥ ਜਦੋਂ ਗੁਰੂ ਨੇ ਰੱਖ ਦਿੱਤਾ ਹੈ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਜਿਹੜੇ ਅਨੇਕਾਂ ਜਨਮਾਂ ਜਨਮਾਂਤਰਾਂ ਦੇ ਕਿਲ ਨਿਸ਼ਚੇ ਕਰਕੇ ਬਿਖ, ਜਿਹੜੇ ਜ਼ਹਿਰ ਵਰਗੇ ਬੱਜਰ ਪਾਪ ਸੀ ਤੇ ਦੁੱਖ ਦੇਣ ਵਾਲੇ ਉਤਰੇ, ਲੱਥ ਗਏ। ਜਨਮਾਂ ਜਨਮਾਂ ਦੇ ਕਿਲ ਬਿਖ ਜਿਹੜੇ ਬੱਜਰ ਪਾਪ ਸੀ ਉਹ ਵੀ ਉਤਰ ਗਏ, ਲੈ ਗਏ ਨੇ। ਤੇ ਦੁੱਖ ਹੈ ਜੰਮਣ ਤੇ ਮਰਨ ਦਾ, ਇਹ ਵੀ ਸਾਰਾ ਲੈ ਗਿਆ, ਉਤਰ ਗਿਆ ਹੈ। ਨਾਮ ਦਿਓ ਰਿਨ ਲਾਥਾ। ਮੇਰੇ ਪੂਰੇ ਸਤਿਗੁਰਾਂ ਨੇ ਐਸਾ ਰਤਨਾ ਵਰਗਾ ਅਮੋਲਕ ਜਦੋਂ ਨਾਮ ਦੇ ਦੇਣਾ ਕੀਤਾ, ਸਾਰਾ ਹੀ ਸਾਡਾ ਰਿਣ ਜਿਹੜਾ ਕਰਜ਼ਾ ਸੀ ਲਾਥਾ ਲੱਥ ਗਿਆ। ਕਰਜ਼ਾ ਕਿਹੜਾ ਹੈ? ਰਿਣ ਜਿਹੜਾ ਸਾਧ ਸੰਗਤ ਜੀ ਵਿਦਵਾਨਾਂ ਨੇ ਚਾਰ ਤਰ੍ਹਾਂ ਦਾ ਮੰਨਿਆ। ਇੱਕ ਲੋਕ ਰਿਣ ਹੁੰਦਾ, ਇੱਕ ਰਾਜ ਰਿਣ ਹੁੰਦਾ ਰਾਜਿਆਂ ਦਾ, ਇੱਕ ਪਿਤਰ ਰਿਣ ਤੇ ਇੱਕ ਦੇਵ ਰਿਣ ਹੈ। ਤੇ ਜਿਹੜਾ ਲੋਕਾਂ ਦੇ ਵੱਲੋਂ ਕੋਈ ਸਜ਼ਾ ਲਾ ਦੇਣੀ ਵੀ ਤੂੰ ਆ ਇੰਨਾ ਸਮਾਂ ਕਰਨਾ, ਇੰਨਾ ਸਮਾਂ ਕੋਈ ਜੇਲ੍ਹ ਖਾਨੇ 'ਚ ਰਹਿਣਾ, ਤੇ ਇਹ ਲੋਕਾਂ ਦੀ ਦਿੱਤੀ ਹੋਈ ਜਿਹੜੀ ਸਜ਼ਾ ਇਹ ਵੀ ਕਰਜ਼ਾ ਹੈ। ਇੱਕ ਰਾਜਿਆਂ ਦੇ ਵੱਲੋਂ ਕੋਈ ਦੇਸ਼ ਨਿਕਾਲਾ ਹੋ ਜਾਣਾ, ਹੁਕਮ ਲੱਗ ਜਾਣਾ, ਇਹ ਵੀ ਕਰਜ਼ਾ ਰਹਿੰਦਾ। ਫਿਰ ਜਿਹੜਾ ਪਿਤਰਾਂ ਦਾ ਹੁੰਦਾ ਵੀ ਸਾਡੀਆਂ ਮੜੀਆਂ ਨੂੰ ਆ ਕੇ ਪੂਜਦਾ ਨਹੀਂ, ਸਾਡੀ ਮਨੌਤ ਨਹੀਂ ਕਰਦਾ, ਇਹ ਕਰਜ਼ਾ ਹੈ। ਚੌਥੇ ਨੰਬਰ ਤੇ ਦੇਵਤਿਆਂ ਦੀ ਕਰੋਪੀ ਹੋ ਜਾਣੀ, ਤੇ ਇਹ ਚਾਰ ਤਰ੍ਹਾਂ ਦੇ ਰਿਣ ਮੰਨੇ ਨੇ। ਪਰੰਤੂ ਗੁਰੂ ਦਾ ਜਿਹੜਾ ਨਾਮ ਹੈ, ਪਰਮਾਤਮਾ ਵਾਹਿਗੁਰੂ ਦਾ ਨਾਮ ਏਡਾ ਅਮੋਲਕ ਹੈ, ਚਾਰ ਤਰ੍ਹਾਂ ਦੇ ਰਿਣ ਕਰਜ਼ੇ ਨੂੰ ਲਾਥਾ ਲਾ ਕੇ ਰੱਖ ਦਿੰਦਾ। ਜਿਹਦੇ ਹਿਰਦੇ 'ਚ ਨਾਮ ਆ ਕੇ ਬਸ ਗਿਆ, ਉਹਨੂੰ ਲੋਕ ਦੰਡ ਦੀ ਕੋਈ ਪਰਵਾਹ ਨਹੀਂ, ਰਾਜ ਦੰਡ ਦੀ ਪਰਵਾਹ ਨਹੀਂ ਕਰਦਾ, ਪਿਤਰ ਦੰਡ ਦੀ ਮਨੌਤ ਵਿੱਚ ਪਰਵਾਹ ਨਹੀਂ ਕਰਦਾ, ਕਿਸੇ ਤਰ੍ਹਾਂ ਦੇਵਤਿਆਂ ਦੀ ਕੋਈ ਪਰਵਾਹ ਨਹੀਂ ਕਰਦਾ। ਨਾਮ ਹੋਵੇ ਹਿਰਦੇ ਦੇ ਵਿੱਚ ਤਾਂ ਗੱਲ ਬਣਦੀ, ਨਾਮ ਤੋਂ ਬਿਨਾਂ ਤਾਂ ਇਹ ਪਿਤਰ ਜਿਹੜੇ ਦੇਵ, ਕੋਈ ਲੋਕ ਰਾਜੇ ਉੱਠਣ ਹੀ ਨਹੀਂ ਦਿੰਦੇ ਮਨੁੱਖ ਨੂੰ। ਜਿਹਦੇ ਪੱਲੇ ਵਿੱਚ ਪਰਮਾਤਮਾ ਦਾ ਨਾਮ ਆ ਜਾਂਦਾ, ਉਹਦੇ ਸਾਰੇ ਰਿਣ ਜਿਹੜੇ ਕਰਜ਼ੇ ਹਨ ਲਾਥਾ ਲੱਥ ਜਾਂਦੇ, ਲੈ ਜਾਂਦੇ ਹਨ। ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ। ਬੜੇ ਪਿਆਰ ਨਾਲ ਉੱਤਮ ਭਗਤੀ ਦੁਆਰਾ ਸਤਿਗੁਰੂ ਉਚਾਰਨ ਕਰਦੇ, ਹੇ ਮੇਰੇ ਪਿਆਰੇ ਮਨਾ, ਭਜ ਤੂੰ ਭਜਨ ਕਰਿਆ ਕਰ। ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਦਾ, ਉਹਦੇ ਨਾਲ ਕੀ ਹੋਵੇਗਾ? ਸਭ ਅਰਥਾ, ਸਾਰੇ ਅਰਥਾ ਜਿਹੜੇ ਪਦਾਰਥ ਨੇ ਤੈਨੂੰ ਪ੍ਰਾਪਤ ਹੋ ਜਾਣਗੇ। ਧਰਮ, ਅਰਥ, ਕਾਮ ਤੇ ਮੋਖ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਗੁਰੂ ਦੀ ਸੇਵਾ ਵਿੱਚੋਂ ਚਾਰੇ ਪਦਾਰਥ ਮਿਲ ਜਾਂਦੇ ਨੇ। ਰਾਮ ਦੇ ਨਾਮ ਦਾ ਭਜਨ ਕਰਕੇ ਸਾਰਾ ਕੁਝ ਮਿਲ ਜਾਂਦਾ ਹੈ। ਗੁਰ ਪੂਰਾ ਹਰ ਨਾਮ ਦਿਰੜਾਇਆ। ਮੇਰੇ ਪੂਰਨ ਸਤਿਗੁਰੂ ਬ੍ਰਹਮ ਸਰੋਤਰੀ ਬ੍ਰਹਮਨੇਸ਼ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ,
ਉਹਨਾਂ ਨੇ ਹਰੀ ਪ੍ਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੱਤਾ, ਹਿਰਦੇ ਵਿੱਚ ਵਸਾ ਦਿੱਤਾ ਹੈ। ਨਾਵੇ ਜੀਵਨ ਬਿਰਥਾ, ਉਹ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਜਪੇ ਤੋਂ ਬਿਨਾ ਤੇ ਹਿਰਦੇ ਵਿੱਚ ਵਸਾਉਣ ਤੋਂ ਬਿਨਾ ਜਿੰਨਾ ਵੀ ਜੀਵਨ ਹੈ ਮਨੁੱਖ ਦਾ, ਇਹ ਬਿਰਥਾ ਨਿਸਫਲ ਹੈ, ਕਿਸੇ ਲੇਖੇ ਵਿੱਚ ਨਹੀਂ ਲੱਗਦਾ। ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ। ਬਿਨ ਗੁਰ ਮੂੜ ਭਏ ਹੈ ਮਨਮੁਖ, ਜਿਤਨੀ ਦੇਰ ਗੁਰੂ ਦਾ ਉਪਦੇਸ਼ ਸੁਣਿਆ ਨਹੀਂ, ਗੁਰੂ ਦੇ ਨਾਮ ਦੀ ਕਮਾਈ ਨਹੀਂ ਕੀਤੀ, ਗੁਰੂ ਵਾਲਾ ਕੋਈ ਬਣਿਆ ਨਹੀਂ, ਓਨੀ ਦੇਰ ਬੰਦਾ ਮਨਮੁਖ ਹੀ ਰਹਿੰਦਾ ਹੈ। ਗੁਰੂ ਦੀ ਸਿੱਖਿਆ ਤੇ ਚੱਲਦਾ ਨਹੀਂ ਤੇ ਗੁਰਮੁਖ ਕਿਵੇਂ ਬਣੇਗਾ? ਮਨ ਦੇ ਮਗਰ ਚੱਲਣ ਕਰਕੇ ਮਨਮੁਖ ਹੈ, ਗੁਰੂ ਵਾਲਾ ਨਹੀਂ ਬਣਿਆ, ਇਸ ਕਰਕੇ ਮੂੜ ਉਹ ਬੇਸਮਝ ਹੈ। ਪਰਮਾਰਥ ਦੀ ਸੋਝੀ ਨਹੀਂ ਰਹਿੰਦੀ, ਉਸ ਨੂੰ ਸ਼ਾਸਤਰਾਂ ਦੇ ਗਿਆਨ ਵਿੱਚ ਵੀ ਮੂੜ ਮੂਰਖ ਹੀ ਮੰਨਿਆ ਜਾਂਦਾ। ਮੋਹ ਮਾਇਆ ਨਿਤ ਫਾਥਾ, ਇਸ ਤਰ੍ਹਾਂ ਫਿਰ ਉਹ ਜੀਵ ਜਿਹੜਾ ਗੁਰੂ ਵਾਲਾ ਬਣਿਆ ਨਹੀਂ, ਉਹ ਮਾਇਆ ਦੇ ਮੋਹ ਦੇ ਵਿੱਚ ਹਮੇਸ਼ਾ ਵਾਸਤੇ ਨਿਤ ਦਾ ਅਰਥ ਨਿਤਾ ਪ੍ਰਤੀ ਫਾਥਾ ਫਸਿਆ ਰਹਿੰਦਾ ਹੈ। ਤਿਨ ਸਾਧੂ ਚਰਨ ਨ ਸੇਵੇ ਕਬਹੂ, ਉਸ ਜੀਵ ਨੇ ਜਿਹੜੇ ਐਸੇ ਸਾਧੂ ਕਹੀਏ ਸ੍ਰੇਸ਼ਟ ਮੇਰੇ ਸਤਿਗੁਰੂ ਹਨ, ਗੁਰੂ ਦੇ ਨਾਮ ਰੂਪ ਚਰਨਾਂ ਨੂੰ ਕਦੇ ਵੀ ਸੇਵਨਾ ਨਹੀਂ ਕੀਤਾ। ਚਿੱਤ ਚਰਨ ਨਾਮ ਘਰ ਘਰ ਪ੍ਰਣਾਮ, ਜਿਹੜਾ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਆ ਕੇ ਬਸ ਜਾਣਾ, ਇਹੀ ਗੁਰੂ ਦੇ ਚਰਨ ਹਨ। ਉਹਨਾਂ ਨੇ ਐਸੇ ਸਾਧੂ ਸ੍ਰੇਸ਼ਟ ਗੁਰੂ ਦੇ ਨਾਮ ਰੂਪੀ ਚਰਨਾਂ ਦਾ ਕਦੇ ਸੇਵਨ ਨਹੀਂ ਕੀਤਾ। ਸਭ ਜਨਮ ਅਕਾਥਾ, ਜਿਹਨੇ ਨਾਮ ਦਾ ਚਿੰਤਨ ਕੀਤਾ ਹੀ ਕੋਈ ਨਹੀਂ ਤੇ ਉਹਦਾ ਸਾਰਾ ਹੀ ਜਨਮ ਅਕਾਥਾ ਨਿਸਫਲ ਹੈ। ਜਨਮ ਤੋਂ ਲੈ ਕੇ ਮਰਨ ਦੇ ਤੱਕ ਜਿੰਨਾ ਵੀ ਜੀਵਨ ਹੈ, ਇਹ ਸਾਰਾ ਨਿਸਫਲ ਹੈ, ਕਿਸੇ ਲੇਖੇ ਵਿੱਚ ਨਹੀਂ ਲੱਗਦਾ। ਸਾਧੂ ਚਰਨ ਸਾਧ ਪਗ ਸੇਵੇ, ਇੱਥੇ ਦੋ ਸ਼ਬਦ ਇਕੱਠੇ ਵਰਤੇ, ਇੱਕ ਸਾਧੂ ਆ ਗਿਆ, ਇੱਕ ਸਾਧ ਸ਼ਬਦ ਆ ਗਿਆ। ਤੇ ਸਾਧ ਦਾ ਅਰਥ ਸੰਤ, ਮਹਾਪੁਰਸ਼, ਕਮਾਈ ਕਰਨ ਵਾਲਾ, ਤਤਵੇਤਾ, ਗੁਰੂ ਪਿਆਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਸ ਸਾਧ ਗੁਰੂ ਦੇ ਪਿਆਰੇ ਮਹਾਪੁਰਖ ਸੰਤ ਭਗਤ ਨੇ, ਸਾਧੂ ਜਿਹੜੇ ਸਤਿਗੁਰੂ ਹਨ, ਉਹਨਾਂ ਦੇ ਚਰਨ ਪੂਜ ਨੀਕ ਪਗ ਚਰਨਾਂ ਨੂੰ ਸੇਵੇ ਸੇਵਨਾ ਕੀਤਾ। ਜਿਹੜੇ ਸੰਤ ਗੁਰ ਸਿੱਖ ਮਹਾਤਮਾ ਕਮਾਈ ਵਾਲੀਆਂ ਰੂਹਾਂ ਪਰਮ ਪੂਜਨੀਕ ਸਤਿਗੁਰਾਂ ਦੇ ਚਰਨਾਂ ਨੂੰ ਪੂਜਦੀਆਂ ਨੇ, ਗੁਰੂ ਦਾ ਸੇਵਨ ਕਰਦੀਆਂ ਹਨ, ਨਾਮ ਦਾ। ਸਫਲ ਜਨਮ ਸਨਾਥਾ, ਉਹਨਾਂ ਦਾ ਮਨੁੱਖਾ ਜਨਮ ਸਹਿਤ ਫਲ ਦੇ ਹੁੰਦਾ, ਬ੍ਰਹਮ ਗਿਆਨ ਦਾ ਫਲ ਲੱਗਦਾ ਉਹਨਾਂ ਨੂੰ। ਤੇ ਸਨਾਥਾ ਦਾ ਅਰਥ ਉਹ ਸਹਿਤ ਮਾਲਕ ਦੇ ਹੋ ਜਾਂਦੇ ਨੇ, ਭਾਵ ਸੇਵਕ ਬਣ ਜਾਂਦੇ ਹਨ ਪੂਰੇ ਗੁਰੂ ਦੇ। ਕਉ ਕੀਜੈ ਦਾਸ ਦਾਸ ਦਾਸਨ ਕੋ, ਬੜੀ ਨਿਮਰਤਾ ਦੇ ਨਾਲ ਬੇਨਤੀ ਕਰਨੀ ਸਿਖਾਉਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ। ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਨੀ ਹੈ, ਜਿਹੜੇ ਆਪ ਜੀ ਦੇ ਦਾਸ ਨੇ, ਉਹਨਾਂ ਦਾਸਾਂ ਦੇ ਅੱਗੇ ਦਾਸਾਂ ਦਾ ਮੈਨੂੰ ਦਾਸਨ ਕਹੀਏ, ਨਿਮਰਤਾ ਵਾਲਾ ਸੇਵਕ ਬਣਾ ਦਿਓ। ਇੰਨੀ ਕੋ ਨਿਮਰਤਾ ਆ ਜਾਵੇ, ਤੇਰੇ ਦਾਸਾਂ ਦੇ ਦਾਸ, ਉਹਨਾਂ ਦਾ ਮੈਂ ਦਾਸ ਸੇਵਕ ਬਣ ਜਾਵਾਂ। ਹਰ ਦਇਆ ਧਾਰ ਜਗਨਨਾਥਾ, ਇਹ ਜਗਤ ਦੇ ਨਾਥਾ ਮਾਲਕ ਪਰਮਾਤਮਾ, ਸਾਰੇ ਜਗਤ ਨੂੰ ਨੱਥ ਪਾਉਣ ਵਾਲੇ, ਵਸ ਵਿੱਚ ਕਰਨ ਵਾਲੇ ਵਾਹਿਗੁਰੂ ਜੀ, ਐਸੀ ਮੇਰੇ ਤੇ ਦਇਆ ਦ੍ਰਿਸ਼ਟੀ ਆਪਣੀ ਧਾਰਨੀ ਕਰੋ, ਪਾਉਣੀ ਕਰੋ। ਮੈਂ ਅੰਧਲੇ ਗਿਆਨਹੀਣ ਅਗਿਆਨੀ, ਅਸੀਂ ਤੇ ਅੰਧਲੇ ਅੰਨੇ ਹਾਂ, ਮੇਰੇ ਮਨ ਤੇ ਬੁੱਧੀ ਰੂਪ ਨੇਤਰਾਂ ਦੇ ਵਿੱਚ ਵਿਚਾਰ ਦੀ ਜੋਤ ਨਜ਼ਰ ਨਹੀਂ ਹੈ, ਇਸ ਕਰਕੇ ਮਨ ਕਰਕੇ ਅੰਨੇ ਹਾਂ, ਗਿਆਨਹੀਨ ਅਗਿਆਨੀ। ਸਾਨੂੰ ਕੋਈ ਵੀ ਐਸਾ ਸ਼ਾਸਤਰਾਂ ਦਾ ਗਿਆਨ ਜਾਂ ਪਰਮਾਰਥ ਦਾ, ਪਰਮਾਤਮਾ ਦੇ ਦਰ ਦਾ ਕੋਈ ਭਾਵ ਭਗਤੀ ਕਰਨ ਦਾ ਉੱਕਾ ਹੀ ਗਿਆਨ ਨਹੀਂ ਹੈ। ਅਗਿਆਨੀ ਬੇਸਮਝ ਹਾਂ, ਮੂਰਖ ਹਾਂ। ਚੱਲ ਮਾਰਗ ਪੰਥਾ, ਅਸੀਂ ਦੁਨੀਆ ਦੇ ਮਾਰਗ ਰਸਤਿਆਂ ਤੇ ਤਾਂ ਬਹੁਤ ਤਰ੍ਹਾਂ ਨਾਲ ਚੱਲਣਾ ਜਾਣਦੇ, ਦੁਨੀਆ ਵਿੱਚ ਬੰਦਾ ਬੜੀਆਂ ਤਰੱਕੀਆਂ ਕਰ ਲੈਂਦਾ, ਪਰੰਤੂ ਜਿਹੜਾ ਪੰਥ ਮਾਰਗ ਹੈ ਭਗਤੀ ਦਾ, ਉਹਦਾ ਪਤਾ ਹੀ ਕੋਈ ਨਹੀਂ ਹੈ।
ਭਗਤੀ ਕਿੰਨੇ ਤਰ੍ਹਾਂ ਦੀ, ਨੌਦਾ ਭਗਤੀ 9 ਪ੍ਰਕਾਰ ਦੀ ਹੈ, ਪਰਾ ਭਗਤੀ ਜਿਹੜੀ ਪ੍ਰੇਮਾ ਭਗਤੀ 10ਵੇਂ ਪ੍ਰਕਾਰ ਦੀ ਮੰਨਦੇ ਨੇ, ਇਹਨਾਂ ਦਾ ਸਾਨੂੰ ਗਿਆਨ ਹੀ ਨਹੀਂ ਹੈ। ਦੁਨੀਆ ਦੇ ਜਿਹੜੇ ਮਾਰਗ ਰਸਤੇ ਉਹਨਾਂ ਤੇ ਚੱਲਦੇ ਹਾਂ ਤੇ ਪੰਥਾ ਜਿਹੜਾ ਸਿੱਖੀ ਦਾ ਮਾਰਗ ਹੈ ਇਹਦਾ ਪਤਾ ਹੀ ਨਹੀਂ। ਭਗਤੀ ਦਾ ਮਾਰਗ ਹੈ, ਗੁਰੂ ਦੀ ਸਾਧ ਸੰਗਤ ਦਾ ਮਾਰਗ ਹੈ, ਇਹਦੀ ਮਹਾਰਾਜ ਸਾਨੂੰ ਸੂਝ ਹੀ ਨਹੀਂ ਹੈ। ਕਿਵੇਂ ਚੱਲਣ ਕਰਾਂਗੇ? ਦੁਨੀਆ ਦੇ ਮਾਰਗ ਰਸਤਿਆਂ ਤੋਂ ਉੱਚਾ ਉੱਠ ਕੇ ਸਿੱਖੀ ਦੇ ਪੰਥਾ ਰਸਤੇ ਦੇ ਉੱਪਰ ਮੈਂ ਅੰਦਲੇ ਕੋ ਗੁਰ ਅੰਚਲ ਦੀਜਾ। ਫਿਰ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਨੇ, ਇਹ ਬੇਨਤੀ ਕਰੋ ਹਮ ਅੰਧਲੇ ਕੋ, ਸਾਨੂੰ ਅੰਧਲੇ ਅੰਨਿਆਂ ਨੂੰ ਮਨ ਬੁੱਧੀ ਰੂਪ ਐਸੇ ਨੇਤਰਾਂ ਵਿੱਚ ਵਿਚਾਰ ਦੀ ਨਜ਼ਰ ਨਾ ਹੋਣ ਕਰਕੇ ਅੰਨੇ ਹਾਂ ਤੇ ਗੁਰ ਅੰਚਲ ਦੀਜੈ। ਸੂਰਮੇ ਬੰਦੇ ਨੂੰ, ਅੰਨੇ ਪੁਰਖ ਨੂੰ ਜੇ ਲੈ ਕੇ ਜਾਣਾ ਤੇ ਉਹਨੂੰ ਅੰਚਰ ਪੱਲਾ ਪਕੜਾ ਦਿਓ, ਹੱਥ ਪਕੜ ਲਓ, ਬਾਹ ਫੜ ਕਰਕੇ ਜਿੱਥੇ ਮਰਜੀ ਉਹਨੂੰ ਲੈ ਜਾਓ ਤੇ ਤੁਰਿਆ ਜਾਵੇਗਾ। ਜਦੋਂ ਪੱਲਾ ਛੱਡ ਦਿੱਤਾ ਤੇ ਬਾਹ ਹੱਥ ਛੱਡ ਦਿੱਤਾ ਤੇ ਫਿਰ ਉੱਥੇ ਖੜਾ ਰਹੇਗਾ। ਇਸੇ ਤਰ੍ਹਾਂ ਅਸੀਂ ਅੰਨਿਆਂ ਦੀ ਨਿਆਈ ਹਾਂ ਤੇ ਸਤਿਗੁਰੂ ਤੁਸੀਂ ਸਾਨੂੰ ਆਪਣੀ ਸ਼ਰਨ ਦਾ ਪੱਲਾ ਦੇ ਦਿਓ, ਸਿੱਖੀ ਦਾ ਪੱਲਾ ਪਕੜਾ ਦੇਣਾ ਕਰੋ। ਭਗਤੀ ਦਾ ਜਿਹੜਾ ਪੱਲਾ ਹੈ, ਨਾਮ ਦਾ ਪੱਲਾ ਸਾਨੂੰ ਦੀਜਾ ਦੇ ਦੇਣਾ ਕਰੋ। ਮਨ ਨਾਨਕ ਚੱਲਹਿ ਮਿਲੰਥਾ। ਫਿਰ ਆਪ ਜੀ ਦੀ ਸੰਗਤ ਦੇ ਵਿੱਚ ਮਲੰਥਾ ਮਿਲ ਕਰਕੇ ਅਸੀਂ ਵੀ ਆਪ ਜੀ ਦੇ ਭਾਉ ਭਗਤੀ ਦੇ ਰਸਤੇ ਤੇ ਪਰਮਾਰਥ ਦੇ ਵੱਲ ਨੂੰ ਚੱਲਣ ਵਾਲੇ ਬਣ ਜਾਈਏ। ਜਦੋਂ ਉਸ ਮਾਰਗ ਰਸਤੇ ਤੇ ਚੱਲਾਂਗੇ ਫਿਰ ਪਰਮਾਤਮਾ ਦੇ ਦਰ ਦੇ ਤੱਕ ਸਾਡੀ ਪਹੁੰਚ ਹੋ ਜਾਵੇਗੀ। ਸ਼ਰਨ ਦਾ ਪੱਲਾ ਗੁਰੂ ਦੀ ਸ਼ਰਨ ਲੈ ਲਈਏ, ਸਿੱਖੀ ਦਾ ਪੱਲਾ ਹੈ, ਭਾਉ ਭਗਤੀ ਦਾ ਪੱਲਾ ਹੈ। ਜਦੋਂ ਸਤਿਗੁਰੂ ਇਹ ਪੱਲੇ ਪਕੜਾ ਦਿੰਦੇ ਨੇ ਫਿਰ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਸਿੱਖ ਨੂੰ ਆਪਣੇ ਵਿੱਚ ਹੀ ਅਭੇਦਤਾ ਦੇ ਦਿੰਦੇ ਨੇ, ਆਪਣੇ ਸਰੂਪ ਦੇ ਵਿੱਚ ਹੀ ਉਸ ਨੂੰ ਅਭੇਦ ਕਰਕੇ ਆਪਣਾ ਰੂਪ ਬਣਾ ਲੈਂਦੇ ਹਨ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਸ੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸਾਨੂੰ ਅੱਜ ਬਖਸ਼ਿਸ਼ ਕੀਤਾ, ਰਲ ਮਿਲ ਕਰਕੇ ਆਪਾਂ ਵਿਚਾਰਿਆ ਹੈ। ਹੁਣ ਜੋ ਸਾਧ ਸੰਗਤ ਜੀ ਮਾਘ ਦੇ ਮਹੀਨੇ ਦੀ ਵਿਚਾਰ ਹੈ, ਕੁਝ ਕੁ ਸਮੇਂ ਵਾਸਤੇ ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ ਜੀ। ਮਾਘ ਮੱਝਣ ਸੰਗ ਸਾਧੂਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਮਾਝ ਰਾਗ ਦੇ ਅੰਦਰ 12 ਮਾਹਾਂ ਦੇ ਦੁਆਰਾ ਉਪਦੇਸ਼ ਸਾਨੂੰ ਮਾਘ ਦੇ ਮਹੀਨੇ ਦਾ ਦੇ ਰਹੇ ਨੇ। ਮਾਘ ਮੱਝਣ ਸੰਗ ਸਾਧੂਆ, ਮਾਘ ਦਾ ਜਿਹੜਾ ਮਹੀਨਾ ਹੈ ਇਸ ਦੇ ਵਿੱਚ ਮੱਜਨ ਦਾ ਅਰਥ ਹੈ ਪੁਰਬਾਂ ਦਾ ਇਸ਼ਨਾਨ। ਇੱਕ ਭਾਰਦਵਾਜ ਮੁਨੀ ਹੋਇਆ ਸਾਡੇ ਭਾਰਤ ਦੇ ਵਿੱਚ, ਇਹਨੇ ਪੁਰਾਣੇ ਸਮੇਂ ਦੇ ਵਿੱਚ ਸਾਰੇ ਰਿਸ਼ੀਆਂ ਮੁਨੀਆਂ ਸਾਧੂ ਮਹਾਤਮਾ ਨੂੰ ਇਸ ਮਾਘ ਦੇ ਮਹੀਨੇ ਵਿੱਚ ਪ੍ਰਯਾਗਰਾਜ ਇਲਾਹਾਬਾਦ ਦੀ ਧਰਤੀ ਤੇ ਲੈ ਜਾਣਾ। ਉੱਥੇ ਸਾਰਾ ਮਹੀਨਾ ਜਿਹੜਾ ਸੀ ਮਾਘ ਦਾ ਕਥਾ ਵਿਚਾਰਾਂ ਹੁੰਦੀਆਂ, ਗੁਰਬਾਣੀ ਦੇ ਪ੍ਰਵਾਹ ਚੱਲਦੇ ਤੇ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਮਿਲ ਜਾਂਦੀ ਤੇ ਉਸ ਦਾ ਬੜਾ ਮਹਾਤਮ ਦੱਸਦੇ ਸੀ ਹਿੰਦੂ ਮਤ ਦੇ ਅਨੁਸਾਰ। ਕਿਉਂਕਿ ਇਹ ਜਿਹੜਾ ਮੱਜਨ ਦਾ ਅਰਥ ਪੁਰਬ ਹੈ ਤੇ ਪੁਰਬ ਇਸ ਪ੍ਰਕਾਰ ਦੇ ਨਾਲ ਪੁਰਾਣੇ ਲੋਕ ਪੁਰਬਾਂ ਤੇ ਜਾਂਦੇ ਤੇ ਉੱਥੇ ਮਹੀਨਾ ਮਹੀਨਾ ਬੈਠ ਕਰਕੇ ਆਰਾਧਨਾ ਕਰਦੇ, ਨਾਮ ਦੀਆਂ ਵਿਚਾਰਾਂ ਕਰਦੇ। ਇਧਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿਹੜਾ ਪੁਰਬ ਲਾਇਆ ਹੈ ਇਹ ਸਾਧ ਸੰਗਤ ਦਾ ਪੁਰਬ ਹੈ। ਉੱਥੇ ਤਾਂ ਇਲਾਹਾਬਾਦ ਦੀ ਧਰਤੀ ਤੇ ਪ੍ਰਯਾਗਰਾਜ ਦੇ ਵਿੱਚ 3 ਜਿਹੜੀਆਂ ਨਦੀਆਂ ਦਾ ਸੁਮੇਲ ਮੰਨਦੇ ਨੇ, ਗੰਗਾ ਤੇ ਜਮਨਾ ਪ੍ਰਤੱਖ ਮਿਲਦੀਆਂ ਨੇ ਤੇ ਕਿਲੇ ਦੇ ਹੇਠੋਂ ਦੀ ਆ ਕਰਕੇ ਕਹਿੰਦੇ ਸਰਸਤੀ ਜਿਹੜੀ ਨਦੀ ਇਹ ਵੀ ਉੱਥੇ ਮਿਲ ਜਾਂਦੀ ਹੈ। ਤਿੰਨੇ ਨਦੀਆਂ ਦਾ ਸੁਮੇਲ ਤੇ ਉਸ ਪੁਰਬ ਦਾ ਇਸ਼ਨਾਨ ਦਾ ਮਹਾਤਮ ਬੜਾ ਦੱਸਦੇ ਨੇ। ਪਰੰਤੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਾਘ ਦਾ ਮਹੀਨਾ ਹੈ ਮੱਜਨ ਸੰਗ ਸਾਧੂਆਂ, ਜਿਹੜੇ ਸਾਧੂ ਸਾਧਨਾ ਕਰਨ ਵਾਲੇ ਗੁਰੂ ਦੇ ਪਿਆਰੇ ਗੁਰਸਿੱਖ ਕਮਾਈਆਂ ਵਾਲੇ ਹਨ, ਇਹਨਾਂ ਦਾ ਸੰਗ ਜਿਹੜਾ ਮਿਲ ਜਾਣਾ, ਸੰਗਤ ਮਿਲ ਜਾਣੀ। ਇਹੀ ਗੁਰਸਿੱਖ ਦੇ ਵਾਸਤੇ ਮੱਜਨ ਕਹੀਏ ਪੁਰਬ ਦਾ ਇਸ਼ਨਾਨ ਹੈ।
ਸਾਧ ਸੰਗਤ ਰੂਪੀ ਪ੍ਰਯਾਗ ਰਾਜ ਹੈ। ਇਹਦੇ ਵਿੱਚ ਆ ਕੇ ਜਿਹੜਾ ਪਰਮਾਤਮਾ ਦਾ ਨਾਮ ਸੁਣਨਾ, ਇਹ ਗੰਗਾ ਨਦੀ ਵਾਂਗ ਹੈ। ਜਿਹੜਾ ਨਾਮ ਨੂੰ ਸੁਣ ਕਰਕੇ ਫਿਰ ਜ਼ਿੰਦਗੀ ਵਿੱਚ ਉਹਨੂੰ ਮੰਨਣ ਲੱਗ ਜਾਣਾ, ਵੀ ਜੋ ਵਚਨ ਕਹੇ ਇਹਨੂੰ ਮੰਨਣ ਵਿੱਚ ਲਿਆਉਣਾ ਹੈ। ਜਿਹੜਾ ਮੰਨਣ ਕਰਨਾ, ਇਹ ਸਾਧ ਸੰਗਤ ਜੀ ਜਮਨਾ ਨਦੀ ਦੀ ਨਿਆਈ ਹੈ। ਫਿਰ ਤੀਸਰੀ ਸਰਸਵਤੀ ਜਿਹੜੀ ਹੈ, ਇਹ ਗੁਪਤ ਰੂਪ ਦੇ ਵਿੱਚ ਆ ਕੇ ਕਿਲੇ ਦੇ ਹੇਠੋਂ ਮਿਲਦੀ ਹੈ। ਇੱਧਰ ਤੀਸਰਾ ਜਿਹੜਾ ਨਿਧਿਆਸਣ ਹੈ, ਤੇ ਫਿਰ ਉਹਦੇ ਕਰਕੇ ਅੰਦਰੋਂ ਗੁਪਤ ਜਿਹੜਾ ਪ੍ਰੇਮ ਪ੍ਰਗਟ ਹੋਣਾ ਪਰਮਾਤਮਾ ਦੇ ਨਾਲ ਹਿਰਦੇ ਵਿੱਚ, ਇਹ ਸਰਸਵਤੀ ਨਦੀ ਹੈ। ਇਹ ਸਾਧ ਸੰਗਤ ਦੇ ਵਿੱਚੋਂ ਸਭ ਕੁਝ ਮਿਲਣਾ, ਇੱਥੇ ਨਾਮ ਸੁਣਿਆ ਜਾਣਾ, ਇੱਥੇ ਮੰਨਣ ਵਿੱਚ ਆਵੇਗਾ, ਇੱਥੋਂ ਹੀ ਪਿਆਰ ਲੱਗੇਗਾ। ਜਦੋਂ ਤਿੰਨਾਂ ਦਾ ਸੁਮੇਲ ਹੋ ਜਾਣਾ, ਇੱਕ ਮੱਜਨ ਕਹੀਏ ਪੁਰਬ ਬਣ ਜਾਵੇਗਾ ਸਿੱਖ ਦਾ। ਮਾਘ ਦਾ ਮਹੀਨਾ ਹੋਵੇ, ਸਤਿਗੁਰੂ ਕਹਿੰਦੇ ਕਮਾਈ ਵਾਲੇ ਸਾਧੂਆਂ ਦੀ ਸੰਗਤ ਮਿਲ ਜਾਵੇ, ਨਾਮ ਦੇ ਰਸੀਆਂ ਦੀ, ਉਸ ਵਿੱਚ ਆ ਕਰਕੇ ਜਿਹੜਾ ਮੱਜਨ ਪੁਰਬ ਦਾ ਇਸ਼ਨਾਨ ਹੁੰਦਾ ਹੈ। ਧੂੜੀ ਕਰ ਇਸ਼ਨਾਨ। ਫਿਰ ਇਸ਼ਨਾਨ ਕਿਵੇਂ ਕਰਨਾ ਹੈ? ਤੇ ਧੂੜੀ ਕਰ ਇਸ਼ਨਾਨ। ਧੂੜੀ ਦੀ ਨਿਆਈ ਨਿਰਮਾਣਤਾ ਆ ਜਾਵੇ। ਇੱਕ ਮਿੱਟੀ ਹੁੰਦੀ, ਇੱਕ ਧੂੜੀ, ਇਹਦੇ ਵਿੱਚ ਫਰਕ ਹੁੰਦਾ। ਤਲੀ ਦੇ ਉੱਤੇ ਰੱਖ ਕੇ ਮਿੱਟੀ ਨੂੰ ਜਦੋਂ ਉਂਗਲ ਦੇ ਨਾਲ ਮਲਾਂਗੇ, ਜਿਹਦੇ ਵਿੱਚ ਰੜਕ ਹੋਵੇਗੀ ਉਹ ਮਿੱਟੀ ਹੋਵੇਗੀ। ਜਿਹਦੇ ਵਿੱਚ ਰੜਕ ਖਤਮ ਹੋ ਜਾਵੇ, ਕੋਮਲ ਪੁਣਾ ਹੋਵੇ, ਉਹਨੂੰ ਧੂੜਾ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧੂੜੀ ਕਰ ਇਸ਼ਨਾਨ। ਸਾਧ ਸੰਗਤ ਦੇ ਵਿੱਚ ਇਸ ਤਰ੍ਹਾਂ ਆਉਣਾ ਵੀ ਧੂੜਾ ਬਣ ਕੇ, ਇੱਥੇ ਹੰਕਾਰ ਨਹੀਂ ਹੋਣਾ ਚਾਹੀਦਾ। ਮੈਂ ਇੰਨਾ ਪੜ੍ਹਿਆ ਲਿਖਿਆ, ਮੈਂ ਏਡੀ ਪਦਵੀ ਦਾ ਮਾਲਕ, ਮੈਂ ਅਮੀਰ ਬੰਦਾ, ਇੱਥੇ ਤਾਂ ਗਰੀਬ ਹੀ ਜੁੜਦੇ ਨੇ, ਇਹ ਹੰਕਾਰ ਨਾ ਹੋਵੇ ਅੰਦਰ। ਧੂੜੀ ਬਣ ਕੇ ਨਿਮਰਤਾ ਵਾਲਾ ਬਣ ਕਰਕੇ ਆਵੇ। ਫਿਰ ਇਸ਼ਨਾਨ ਕੀ, ਆਪਣੇ ਮਨ ਦਾ ਜਿਹੜਾ ਇਸ਼ਨਾਨ ਸਿਮਰਨ ਦੇ ਦੁਆਰਾ ਕਰਨਾ ਕਰੇ, ਨਾਮ ਦੇ ਜਲ ਵਿੱਚ ਚੁਭੀਆਂ ਲਾਉਣੀਆਂ ਕਰੇ। ਧੂੜੀ ਵਰਗਾ ਆਪਣਾ ਜੀਵਨ ਬਣਾ ਕੇ ਨਿਰਮਾਣਤਾ ਨਾਲ ਮਨ ਦਾ ਇਸ਼ਨਾਨ ਕਰਨਾ ਕਰ। ਹਰਿ ਕਾ ਨਾਮ ਧਿਆਏ ਸੋਨਾ। ਫਿਰ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਹਰੀ ਦੇ ਨਾਮ ਨੂੰ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਦੁਆਰਾ ਸੁਣਿਆ ਕਰ। ਸ਼ਰਧਾ ਵੀ ਚਾਹੀਦੀ ਸੁਣਨ ਵਾਸਤੇ, ਵਿਸ਼ਵਾਸ ਭਰੋਸਾ ਵੀ ਚਾਹੀਦਾ ਹੈ। ਤੇ ਫੇਰ ਹੀ ਸਾਧ ਸੰਗਤ ਜੀ ਗੱਲ ਬਣਦੀ ਹੈ। ਜਦੋਂ ਕੋਈ ਸੁਣਦਾ ਸ਼ਰਧਾ ਵਿਸ਼ਵਾਸ ਦੇ ਕੰਨਾਂ ਨਾਲ, ਫਿਰ ਉਸ ਨਾਮ ਨੂੰ ਧਿਆਏ, ਪ੍ਰੀਤੀ ਰੂਪ ਆਪਣੀ ਜਿਹੜੀ ਰਸਨਾ ਜਵਾਨ ਦੇ ਨਾਲ ਧਿਆਉਣਾ ਸ਼ੁਰੂ ਕਰ ਦੇ। ਸੰਗਤ ਵਿੱਚ ਇਹੀ ਨਹੀਂ ਵੀ ਆਲੇ ਦੁਆਲੇ ਦੇਖ ਕੇ ਮੁੜ ਜਾਣਾ, ਫਲਾਨਾ ਕੀ ਕਰਦਾ, ਇੱਥੇ ਕੀ ਹੋ ਰਿਹਾ। ਬਹੁਤੇ ਅਸੀਂ ਇਸ ਵਾਸਤੇ ਬੈਠਦੇ ਹਾਂ। ਸਤਿਗੁਰੂ ਕਹਿੰਦੇ ਨਾਮ ਨੂੰ ਸੁਣ ਸ਼ਰਧਾ ਵਿਸ਼ਵਾਸ ਦੇ ਕੰਨਾਂ ਨਾਲ। ਪਰਮਾਤਮਾ ਹਰੀ ਦੇ ਨਾਮ ਨੂੰ ਪ੍ਰੀਤ ਰੂਪ ਆਪਣੀ ਰਸਨਾ ਦੇ ਨਾਲ ਧਿਆਉਣਾ ਕਰ। ਸਭਨਾਂ ਨੂੰ ਕਰ ਦਾਨ। ਫਿਰ ਸਭਨਾ ਸਾਰੇ ਜੀਵਾਂ ਦੇ ਤਾਈਂ ਜੈਸੀ ਯੋਗਤਾ ਹੈ, ਭੁੱਖੇ ਨੂੰ ਅੰਨ ਦਾ ਦਾਨ ਦੇ। ਕਿਸੇ ਦਾ ਤਨ ਨਹੀਂ ਢਕਿਆ, ਨਗੇਜ ਪੁਰਸ਼ ਨੂੰ ਕੋਈ ਵਸਤਰਾਂ ਦਾ ਦਾਨ ਦੇਣਾ ਕਰ। ਪਿਆਸੇ ਨੂੰ ਪਾਣੀ ਦਾ ਦਾਨ ਦੇ ਦੇ। ਤੇ ਇਸ ਲਈ ਜੈਸੀ ਵੀ ਤੇਰੀ ਯੋਗਤਾ ਬਣਦੀ ਹੈ, ਸਾਰਿਆਂ ਦੇ ਤਾਈਂ ਉਹਨਾਂ ਨੂੰ ਦਾਨ ਵੀ ਦੇਣਾ ਕਰ। ਜਨਮ ਕਰਮ ਮਲ ਉਤਰੈ। ਜਿਹੜੇ ਜਨਮਾਂ ਜਨਮਾਂਤਰਾਂ ਦੀ ਮਲ ਮੈਲ ਲੱਗੀ, ਉਤਰ ਜਾਵੇਗੀ। ਜਾਂ ਸਾਧ ਸੰਗਤ ਜਿਹੜੇ ਜਨਮ ਨੇ ਸਾਡੇ ਪਿੱਛੇ ਹੋਏ ਨੇ ਤੇ ਅੱਜ ਭੋਗ ਰਹੇ, ਅੱਗੇ ਫਿਰ ਜਨਮ ਤਿਆਰ ਹਨ। ਇਹ ਸੰਚਿਤ ਕਰਮਾਂ ਕਰਕੇ ਜਨਮ ਹੁੰਦੇ ਨੇ ਜੀਵ ਦੇ। ਇਹ ਜਿਹੜੇ ਸੰਚਿਤ ਕਰਮਾਂ ਦੀ ਮੈਲ ਲੱਗੀ ਹੋਈ, ਜਿੰਨੀ ਦੇਰ ਸੰਚਿਤ ਕਰਮ ਖੜੇ ਨੇ, ਓਨੀ ਦੇਰ ਤੱਕ ਜੰਮਣਾ ਮਰਨਾ ਨਹੀਂ ਮਿਟੇਗਾ। ਜਨਮ ਦੇਣ ਵਾਲੇ ਜਿਹੜੇ ਕਰਮ ਸੰਚਿਤ ਕਰਮ ਨੇ, ਇਹਨਾਂ ਦੀ ਮੈਲ ਵੀ ਉਤਰੈ, ਲੱਥ ਜਾਵੇਗੀ, ਰਹਿ ਜਾਵੇਗੀ। ਮਨ ਤੇ ਜਾਏ ਗੁਮਾਨ। ਫਿਰ ਮਨ ਦੇ ਵਿੱਚ ਬਹੁਤ ਤਰ੍ਹਾਂ ਦਾ ਜਿਹੜਾ ਗੁਮਾਨ, ਹੰਕਾਰ, ਕੋਈ ਉੱਚੀ ਜਾਤੀ ਦਾ ਹੰਕਾਰ ਕਰੀ ਜਾਂਦਾ, ਕੋਈ ਸੋਹਣੇ ਰੰਗ ਰੂਪ ਦਾ ਹੰਕਾਰ ਕਰੀ ਜਾਂਦਾ, ਕਿਸੇ ਨੂੰ 4 ਗੁਣ ਦੇ ਤੇ ਉਹ ਗੁਣਾਂ ਦਾ ਹੀ ਹੰਕਾਰੀ ਹੋ ਜਾਂਦਾ, ਕਿਸੇ ਨੂੰ ਕੁਝ ਨਹੀਂ ਦਿੱਤਾ ਤੇ ਉਹ ਐਵੇਂ ਹੰਕਾਰ ਕਰਨ ਲੱਗ ਜਾਂਦਾ।
ਮਨ ਤੇ ਜਾਏ ਗੁਮਾਨ, ਮਨ ਦੇ ਵਿੱਚੋਂ ਐਸਾ ਜਿਹੜਾ ਗੁਮਾਨ ਹੰਕਾਰ ਹੈ ਇਹ ਵੀ ਚਲਿਆ ਜਾਂਦਾ, ਦੂਰ ਹੋ ਜਾਂਦਾ ਹੈ। ਕਾਮ ਕ੍ਰੋਧ ਨ ਮੋਹੀਆ, ਜਿਹੜੇ 5 ਵਿਕਾਰ ਹਨ ਇਹਨਾਂ ਵਿੱਚੋਂ ਪਹਿਲੇ ਨੰਬਰ ਤੇ ਕਾਮ ਹੈ। ਕਾਮ ਕਾਮ ਸਭ ਕੋ ਕਹੈ, ਕਾਮ ਨ ਜਾਣੈ ਕੋਇ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਕਾਮ ਕ੍ਰੋਧ ਨਾ ਮੋਹੀਐ, ਇਹ ਕਾਮ ਵੀ ਆ ਕਰਕੇ ਮੋਹੀਐ, ਮੋਹਤ ਨਹੀਂ ਕਰਦਾ। ਤੇ ਕ੍ਰੋਧ ਹੁੰਦਾ ਹੈ ਮਨ ਦੀ ਪਿਆਰੀ ਵਸਤੂ ਨੂੰ ਛੇੜਨ ਕਰਕੇ ਮਨ ਦੀ ਬਿਰਤੀ ਤੀਖਣ ਹੋ ਜਾਣੀ, ਇਹ ਕ੍ਰੋਧ ਦਾ ਲੱਖਣ ਹੈ। ਤੇ ਕ੍ਰੋਧ ਵੀ ਨਾ ਮੋਹੀਐ, ਇਹ ਵੀ ਨਹੀਂ ਮੋਹ ਸਕਦਾ। ਨਾ ਤੇ ਕਦੇ ਕਾਮ ਦਾ ਪ੍ਰਭਾਵ ਪੈਂਦਾ, ਨਾ ਕ੍ਰੋਧ ਆ ਕਰਕੇ ਸੋਹਣਾ ਕਰਦਾ ਹੈ। ਨਸਾ ਲੋਭ ਸੁਆਨ, ਫਿਰ ਜਿਹੜਾ ਲੋਭ ਹੈ ਇਹ ਲੋਭ ਕੂਕਰ ਵਰਗਾ ਹੁੰਦਾ। ਕੂਕਰ ਜਿਵੇਂ ਹੈ ਲੋਭੀ ਹੋ ਕਰਕੇ ਥਾਂ ਥਾਂ ਤੇ ਭਟਕਦਾ ਹੈ, ਇਸੇ ਪ੍ਰਕਾਰ ਲੋਭੀ ਬੰਦਾ ਵੀ ਕੂਕਰ ਦੀ ਨਿਆਈ ਤੇ ਭੱਖ ਅਭੱਖ ਸਭ ਖਾਏ, ਸਾਰਾ ਹੀ ਖਾਈ ਜਾਂਦਾ। ਕਿਹੜਾ ਖਾਣਾ ਕਿਹੜਾ ਛੱਡਣਾ ਇਹ ਨਾ ਪਤਾ ਹੋਣਾ, ਸੋਝੀ ਨਾ ਹੋਣੀ, ਇਹ ਲੋਭੀ ਬੰਦੇ ਦੀ ਨਿਸ਼ਾਨੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਕੂਕਰ ਦੀ ਨਿਆਈ ਲੋਭ ਬੈਠਾ ਹੈ ਅੰਦਰ, ਬੇਵਿਸ਼ੇਸ਼ ਕਰਕੇ ਨਸੈ ਉਹ ਵੀ ਨਸ ਜਾਂਦਾ, ਦੂਰ ਹੋ ਜਾਂਦਾ। ਸੱਚਾ ਮਾਰਗ ਚਲਦਿਆਂ, ਸੱਚਾ ਜਿਹੜਾ ਮਾਰਗ ਹੈ ਭਗਤੀ ਦਾ, ਸੱਚਾ ਰਸਤਾ ਨਾਮ ਸਿਮਰਨ ਕਮਾਈ ਕਰਨ ਦਾ ਸੱਚਾ ਰਸਤਾ ਹੈ, ਸੇਵਾ ਕਰਨ ਦਾ। ਇਸ ਮਾਰਗ ਰਸਤੇ ਤੇ ਚੱਲਦਿਆਂ ਹੋਇਆਂ ਉਸਤਤ ਕਰੇ ਜਹਾਨ, ਜਿਹੜਾ ਜਹਾਨ ਇਹ ਸੰਸਾਰ ਹੈ ਇਹ ਜਗਤ ਪਰਮਾਤਮਾ ਨੇ ਪੈਦਾ ਕੀਤਾ। ਸੱਚੇ ਰਸਤੇ ਤੇ ਚੱਲਣ ਵਾਲੇ ਦੀ ਸਾਰਾ ਜਗਤ ਹੀ ਉਸਤਤੀ ਕਰਦਾ, ਉਹਦੀ ਸੋਭਾ ਕਰਦਾ, ਵਡਿਆਈ ਕਹਿੰਦਾ ਹੈ। 68 ਤੀਰਥ ਸਗਲ ਪੁੰਨ, 8 ਤੇ 60 ਜਿਹੜੇ 68 ਤੀਰਥ ਬਣ ਜਾਂਦੇ ਨੇ ਦੁਨੀਆ ਦੇ। ਲੱਖਾਂ ਤੀਰਥ ਨੇ, ਇਹਨਾਂ ਵਿੱਚੋਂ 68 ਤੀਰਥ ਮੁੱਖ ਮੰਨੇ ਗਏ ਨੇ। ਵੀ ਜਿਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਉਹਨੇ ਦੁਨੀਆ ਦੇ ਤੀਰਥਾਂ ਦੇ ਇਸ਼ਨਾਨ ਕਰ ਲਏ। 68 ਤੀਰਥਾਂ ਦਾ ਜਿਹੜਾ ਮਹਾਤਮ ਹੈ, ਸਗਲ ਪੁੰਨ, ਬਹੁਤ ਸਾਰੇ ਜਿਹੜੇ ਬੰਦਾ ਪੁੰਨ ਕਰਦਾ, ਕਿਸੇ ਦੀ ਕੋਈ ਮਦਦ ਕਰ ਦੇਣੀ, ਕਿਸੇ ਗਰੀਬ ਦੀ ਕੋਈ ਰਾਖੀ ਕਰ ਲੈਣੀ, ਇਹ ਵੀ ਪੁੰਨ। ਕੋਈ ਪ੍ਰਸ਼ਾਦਾ ਪਾਣੀ ਛਕਾ ਦੇਣਾ ਪੁੰਨ ਹੈ। ਤੇ ਕਿਸੇ ਨੂੰ ਅੱਜ ਕੱਲ ਦੇ ਮਹੀਨੇ ਵਸਤਰ ਕੋਈ ਨਿੱਘ ਦੇ ਦੇਣੇ, ਇਹ ਵੀ ਪੁੰਨ ਮੰਨਿਆ ਜਾਂਦਾ। ਜਿੰਨੇ ਵੀ ਦੁਨੀਆ ਦੇ ਸਗਲ ਤਮਾਮ ਪੁੰਨ ਹਨ। ਜੀ ਦਇਆ ਪ੍ਰਵਾਨ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਾਂ ਪ੍ਰਵਾਨ ਨੀਕ ਹੋਣਗੇ ਜੇਕਰ ਜੀ ਦਇਆ, ਜੀਵਾਂ ਦੇ ਉੱਤੇ ਦਇਆ ਕਰਨੀ ਜਾਣਦਾ ਹੋਵੇ। ਇੱਕ ਪਾਸੇ ਛੁਰੀਆਂ ਮਾਰ ਕੇ ਜੀਵਾਂ ਦੀਆਂ ਗਰਦਨਾਂ ਕੱਟੀ ਜਾਵੇ ਤੇ ਦੂਜੇ ਪਾਸੇ ਨਿੱਘੇ ਵਸਤਰ ਦੀ ਜੀਵਾਂ ਨੂੰ ਵੰਡੀ ਜਾਵੇ, ਤੇ ਇਹ ਕਾਹਦਾ ਸਾਧ ਸੰਗਤ ਜੀ ਜਿਹੜਾ ਪੁੰਨ ਹੋਇਆ। ਜੀ ਦਇਆ ਪ੍ਰਵਾਨ, ਆਪਣਾ ਜਿਹੜਾ ਜੀਵ ਆਤਮਾ ਹੈ ਇਹਦੇ ਉੱਤੇ ਦਇਆ ਕਰਨੀ। ਵੀ ਪਰਮਾਤਮਾ ਵਾਹਿਗੁਰੂ ਨੇ ਦੇਖੋ ਮੈਨੂੰ ਕਿੰਨਾ ਤਰਸ ਕਰਕੇ ਮਨੁੱਖਾ ਸਰੀਰ ਦਿੱਤਾ, ਜਿੰਦ ਜਾਨ ਦਿੱਤੀ, ਆਤਮਾ ਦਿੱਤੀ ਹੈ। ਇਸ ਸਰੀਰ ਵਿੱਚ ਰਹਿ ਕੇ ਮੈਂ ਪੁੰਨ ਦਾਨ ਕਰਾਂ ਤੇ ਪਰਮਾਤਮਾ ਦਾ ਸਿਮਰਨ ਕਰਕੇ ਇਹਨੂੰ ਸਫਲਾ ਕਰਾਂ, ਫੇਰ ਕਿਤੇ ਪ੍ਰਵਾਨ ਨੀਕਤਾ ਹੁੰਦੀ ਹੈ। 68 ਤੀਰਥਾਂ ਦਾ ਮਹਾਤਮ, ਸਾਰੇ ਜਿੰਨੇ ਪੁੰਨ ਨੇ ਉਹਨਾਂ ਦਾ ਮਹਾਤਮ, ਤੇ ਤਾਂ ਜੀਵ ਨੂੰ ਪ੍ਰਾਪਤ ਹੈ ਜੇ ਜੀਵਾਂ ਤੇ ਦਇਆ ਕਰਨੀ ਜਾਣਦਾ ਹੋਵੇ। ਸੁਨੋ ਦੇਵੈ ਦਇਆ ਕਰ, ਇਹ ਜਿਹੜੇ ਐਸੇ ਦੇਵੀ ਗੁਣ ਹਨ ਜਿਨ੍ਹਾਂ ਨੂੰ ਪਰਮਾਤਮਾ ਦਇਆ ਦ੍ਰਿਸ਼ਟੀ ਕਰਕੇ ਕਿਰਪਾ ਦੇ ਘਰ ਵਿੱਚ ਆ ਕੇ ਆਪ ਦੇ ਦਿੰਦਾ। ਕੋਈ ਪੁਰਖ ਸੁਜਾਨ, ਉਹ ਪੁਰਖ ਫਿਰ ਵਿਅਕਤੀ ਜਿਹੜਾ ਸੁਜਾਨ ਚਤਰ ਹੈ, ਸਿਆਣਾ ਹੈ, ਤਤ ਬੇਤਾ ਹੈ, ਸੁਗੜ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੂੰ ਆਪਣਾ ਪ੍ਰਭੂ ਪਰਮਾਤਮਾ ਮਿਲਿਆ, ਕਹੀਏ ਪ੍ਰਗਟ ਹੋਇਆ, ਜਿਨ੍ਹਾਂ ਨੇ ਸਖਿਆਤ ਕਰ ਲਿਆ, ਆਤਮਾ ਸਰੂਪ ਦੇ ਦੀਦਾਰ ਜਿਨ੍ਹਾਂ ਨੇ ਕਰ ਲਏ ਹਨ। ਨਾਨਕ ਤਿਨ ਕੁਰਬਾਨ, ਉਹਨਾਂ ਗੁਰੂ ਪਿਆਰਿਆਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਦਾਸ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਨਾ, ਕੁਰਬਾਨ ਜਾਨਾ ਹਾਂ। ਮੋਗ
ਸੁੱਚੇ ਸੇ ਕਾਂਡੀਆ ਹੈ। ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਉਹ ਗੁਰੂ ਦੇ ਪਿਆਰੇ ਮਨੁੱਖਾ ਜਨਮ ਦੇ ਵਿੱਚ ਸੁੱਚੇ ਕਈਏ ਪਵਿੱਤਰ ਜੀਵਨਾਂ ਵਾਲੇ ਕਾਂਡੀਆ ਕੱਢੇ ਜਾਂਦੇ ਹਨ। ਜਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਦੇ ਉੱਪਰ ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਸਾਹਿਬ ਜੀ ਮਿਹਰਬਾਨ ਹੋ ਜਾਂਦੇ ਨੇ। ਜਿਨ੍ਹਾਂ ਤੇ ਪੂਰੇ ਗੁਰੂ ਨੇ ਮਿਹਰ ਕਰ ਦਿੱਤੀ, ਉਹਨਾਂ ਦਾ ਜਿਹੜਾ ਮਾਘ ਦਾ ਮਹੀਨਾ ਹੈ ਇਹ ਵੀ ਸੁੱਚਾ ਪਵਿੱਤਰ ਮੰਨਿਆ ਜਾਂਦਾ। ਤੇ ਬਾਕੀ ਮਨੁੱਖਾ ਸਰੀਰੇ ਸਾਰਾ ਹੀ ਮਾਘ ਦਾ ਮਹੀਨਾ ਹੈ। ਉਹ ਗੁਰਮੁਖ ਪਿਆਰੇ ਸੁੱਚੇ ਪਵਿੱਤਰ ਜਿਹੜੇ ਜੀਵਨਾਂ ਦੇ ਮਾਲਕ ਕਹੇ ਜਾਂਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਾਘ ਦੇ ਮਹੀਨੇ ਦੁਆਰਾ ਸਾਨੂੰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਦੇ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਸਮੁੱਚੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦੇ ਅੱਜ ਦੇ ਮਹਾਨ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ 40 ਮੁਕਤਿਆਂ ਦੀ ਸ਼ਹੀਦੀ ਨੂੰ ਸਾਡੀ ਕੋਟ ਕੋਟ ਪ੍ਰਣਾਮ ਹੋਵੇ। ਸੋ ਸਤਿਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਆਓ ਇੱਥੇ ਹੀ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ। ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਡੀਆ ਹੈ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।